ਵਰਤ ਨੇਮ ਨਿਤਾ ਪ੍ਰਤਿ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ। ਕਿਆ ਜਪ ਕਿਆ ਤਪ ਸੰਜਮੋ, ਕਿਆ ਬਰਤ ਕਿਆ ਇਸ਼ਨਾਨ। ਜਬ ਲਗ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ। ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰਮੈ ਰਾਹ ਨਾ ਪਾਈ। ਬਿਨ ਬੂਝੇ ਕੋ ਥਾਏ ਨ ਪਾਈ, ਨਾਮ ਬਿਹੂਣੇ ਮਾਥੈ ਛਾਈ। ਭਗਤੀ ਬਿਨਾ ਸਹਿਸਾ ਨ ਚੂਕੈ, ਗੁਰ ਇਹ ਭੇਦ ਬਤਾਵੈ। ਜੋਗ ਜਗ ਨਿਰਭਲ ਤੇ ਮਾਨੋ, ਜੋ ਪ੍ਰਭ ਜਸ ਬਿਸਰਾਵੈ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਜੇ ਅਸਤੁਜ ਤਬ ਚਰਨੀ ਪਰੇ, ਤਿਨ ਕੇ ਦੁਸ਼ਟ ਦੁਖਤ ਹੋਏ ਮਰੇ। ਪੁਰਖ ਜਬਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆਇ ਹੈ, ਤਾਂ ਕੇ ਕਾਲ ਨਿਕਟ ਨ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਡਰੇ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨ ਕਮੋ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਸਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮਹਿ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਰਬ ਠੌਰ ਮਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਜਨੋ, ਆਪਣੀ ਹਕੀਰ ਬੁੱਧੀ ਦੁਆਰਾ ਧੰਨ ਧੰਨ ਦਸ਼ਮੇਸ਼ ਜੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਚੌਪਈ ਸਾਹਿਬ, ਜਿਹਦੀ ਅੱਜ ਵਿਆਖਿਆ ਸੰਪੰਨ ਹੋਣ ਜਾ ਰਹੀ ਹੈ, ਉਹਦੇ ਬਾਰੇ 'ਚ ਅੱਗੇ ਗੁਰੂ ਮਹਾਰਾਜ ਫਰਮਾ ਰਹੇ ਹੈ। ਜੇ ਅਸ ਤੁਜ ਤਬ ਸਰਨੀ ਪਰੇ, ਇਹ ਵਾਹਿਗੁਰੂ ਜੀਓ, ਜਿਹੜੇ ਵੀ ਤੇਰੇ ਸ਼ਰਨੀ ਪੈ ਜਾਂਦੇ, ਤਿਨ ਕੇ ਦੁਸ਼ਟ ਦੁਖਤ ਹੋਏ ਮਰੇ। ਉਹਨਾਂ ਦੇ ਸਭ ਦੁਖੀ ਦੁਸ਼ਟ ਮਰ ਜਾਂਦੇ, ਔਰ ਦੁਖੀ ਹੋ ਕੇ ਮਰਦੇ, ਪੇਨਫੁਲ ਡੈਥ ਹੁੰਦੀ ਉਹਨਾਂ ਦੀ। ਪੁਰਖ ਜਬਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜਿਹੜੇ ਪੁਰਖ ਤੁਹਾਡੇ ਚਰਨਾਂ ਨੂੰ ਪੈ ਜਾਂਦੇ ਆ, ਉਹਨਾਂ ਦੇ ਸਾਰੇ ਸੰਕਟ ਪ੍ਰਭੂ ਜੀ ਉਹ ਤੁਸੀਂ ਟਾਲ ਦਿੰਦੇ। ਜੋ ਕਲ ਕੋ ਇੱਕ ਵਾਰ ਧਿਆਇ ਹੈ, ਤਾਂ ਕਿ ਕਾਲ ਨਿਕਟ ਨ ਐ। ਜਿਹੜੇ ਤੈਨੂੰ ਇੱਕ ਵਾਰ ਵੀ ਧਿਆ ਲੈਂਦੇ, ਕਾਲ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਹੁਣ ਸਾਧ ਸੰਗਤ ਜੀਓ, ਇਹ ਕਾਵਿਕ ਢੰਗ ਹੈ ਕਹਿਣ ਦਾ। ਇੱਕ ਵਾਰ ਤਾਂ ਆਪਾਂ ਤਾਂ ਬਹੁਤ ਵਾਰ ਧਿਆਉਂਦੇ ਹੋਵਾਂਗੇ, ਹਜ਼ਾਰਾਂ ਹੀ ਵਾਰੀ ਜ਼ਿੰਦਗੀ 'ਚ, ਲੱਖਾਂ ਹੀ ਵਾਰੀ, ਪਰ ਆਪਣਾ ਫਿਰ ਵੀ ਆਪਣੀ 84 ਨਹੀਂ ਕੱਟਦੀ, ਕਾਲ ਨਹੀਂ ਜਾਂਦਾ ਸਿਰ ਤੋਂ।
ਇਹ ਇੱਕ ਵਾਰ ਧਿਆਉਣ ਦਾ ਮਕਸਦ ਇਹੀ ਹੈ ਵੀ ਜਦੋਂ ਸਾਡੀ ਹਉਮੈ ਟੁੱਟੂਗੀ ਉਦੋਂ ਇੱਕ ਵਾਰ ਜਦ ਧਿਆਇਆ ਤਾਂ ਸਦਾ ਵਾਸਤੇ ਧਿਆ ਹੋਊਗਾ। ਫਿਰ ਇੱਕ ਵਾਰੀ ਕਿਹਾ ਹੋਇਆ, ਇੱਕ ਸੈਕਿੰਡ ਵਾਸਤੇ ਕਿਹਾ ਹੋਇਆ, ਸਾਰੀ ਜ਼ਿੰਦਗੀ ਖਾਤਰ ਉਹ ਕਿਹਾ ਜਾਊਗਾ, ਪਰ ਉਹ ਹਉਮੈ ਨਹੀਂ ਟੁੱਟਦੀ ਸਾਡੀ। ਬੰਦੇ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੈ ਵੀ ਆਈ ਐਮ ਇਨ ਈਗੋ। ਰੱਛਾ ਹੋਏ ਤਾਂਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਸਾਰਿਆਂ ਕਾਲਾਂ ਦੇ ਵਿੱਚ ਉਹ ਰੱਛਿਆ ਕਰਦਾ, ਉਹਦੇ ਦੁਸ਼ਟ ਬੈਰੀ ਸਭ ਤਤਕਾਲ ਟਲ ਜਾਂਦੇ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੋਹ ਹਰ ਹੋ। ਜਿਹਦੇ ਉੱਤੇ ਕਿਰਪਾ ਦੀ ਦ੍ਰਿਸ਼ਟੀ, ਜਿਹੜੇ ਸਰੀਰ ਦੇ ਉੱਤੇ ਤੁਸੀਂ ਨਿਹਾਰ ਦਿੰਦੇ, ਨਿਹਰ ਹੋ, ਨਿਹਾਰਨਾ ਹੁੰਦਾ ਬਹੁਤ ਗੌਰ ਨਾਲ ਦੇਖ ਦੇਣਾ। ਤਾਂ ਕਿ ਤਾਪ ਤਨਕ ਮੋਹ ਹਰ ਹੋ, ਉਹਦੇ ਤਾਪ ਇੱਕ ਤਨਕ ਕਹਿੰਦੇ ਬਹੁਤ ਛੋਟਾ ਜਿਹਾ ਸਮਾਂ, ਪਲ ਭਰ ਦਾ, ਉਹਦੇ ਵਿੱਚ ਸਾਰੇ ਤਾਪ ਉਹਦੇ ਹਰ ਜਾਂਦੇ, ਮਤਲਬ ਦੂਰ ਹੋ ਜਾਂਦੇ। ਰਿੱਧ ਸਿੱਧ ਘਰਮੋ ਸਭ ਹੋਈ, ਘਰ ਵਿੱਚ ਰਿੱਧੀਆਂ ਸਿੱਧੀਆਂ ਸਭ ਕੁਛ ਪੈਦਾ ਹੋ ਜਾਂਦੀਆਂ। ਦੁਸ਼ਟ ਛਾਹ ਛੁਐ ਸਕੈ ਨ ਕੋਈ, ਦੁਸ਼ਟ ਦਾ ਪਰਛਾਵਾਂ ਵੀ ਉਹਨੂੰ ਛੂਹ ਨਹੀਂ ਸਕਦਾ। ਏਕ ਵਾਰ ਜਿਨ ਤੁਮਹਿ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ। ਹੇ ਵਾਹਿਗੁਰੂ ਜੀਓ, ਇੱਕ ਵਾਰ ਜਿਹਨੇ ਤੈਨੂੰ ਸੰਭਾਲ ਲਿਆ, ਤੈਨੂੰ ਯਾਦ ਕਰ ਲਿਆ, ਉਹਦੀ ਕਾਲ ਫਾਸ ਟਲ ਗਈ, ਉਸ ਤੋਂ ਬਾਹਰ ਕੱਢ ਲਿਆ ਉਹਨੂੰ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਜਿਸ ਨਰ ਨੇ ਵੀ ਤੁਹਾਡਾ ਨਾਮ ਉਚਾਰਿਆ, ਕਿਹਾ, ਉਹਨੂੰ ਗਰੀਬੀ, ਦੁਸ਼ਟਤਾ ਔਰ ਦੋਖਿਆਂ ਤੋਂ ਬਚਾ ਲਿਆ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਹੱਥ ਵਿੱਚ ਕਿਰਪਾਨ ਪਕੜੇ ਹੋਏ, ਹੈ ਵਾਹਿਗੁਰੂ ਜੀਓ, ਖੜਗ ਕੇਤ ਕਿਰਪਾਨ ਧਾਰੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਆਪ ਹਾਥ ਦੇ ਲਿਓ ਵਾਰੀ, ਮੈਨੂੰ ਆਪਣਾ ਹੱਥ ਦੇ ਕੇ ਇਸ ਬਾਹਰ ਕੱਢ ਲਓ ਖਲ ਜਗਨ ਚੋਂ। ਸਰਬ ਠੌਰ ਮੋ ਹੋ ਸਹਾਈ, ਸਭ ਜਗ੍ਹਾ ਤੇ ਮੇਰਾ ਸਹਾਈ ਹੋ, ਦੁਸ਼ਟ ਦੋਖ ਤੇ ਲਿਓ ਬਚਾਈ। ਦੁਸ਼ਟਾਂ ਤੋਂ ਦੋਖਿਆਂ ਤੋਂ ਮੈਨੂੰ ਬਚਾ ਲਓ। ਸਾਧ ਸੰਗਤ ਜੀ, ਇਹ ਤਾਂ ਸੀ ਵਿਚਾਰ ਚੌਪਈ ਸਾਹਿਬ ਦੀ। ਅੱਜ ਇੱਕ ਗੰਭੀਰ ਵਿਸ਼ਾ ਦੱਸਦਾ ਸੁਣਨ ਜਾ ਰਿਹਾ ਹੈ, ਸਿੱਧ ਗੋਸ਼ਟ ਦਾ। ਹੈ ਤਾਂ ਉਹ ਸਾਰੀ ਬਾਣੀ ਦਾ ਹੀ ਵਿਸ਼ਾ ਵੈਸੇ ਤਾਂ, ਪਰ ਸਿੱਧ ਗੋਸ਼ਟ ਵਿੱਚ ਤਾਂ ਖਾਸ ਕਰਕੇ ਸਿੱਧਾਂ ਨੇ ਪ੍ਰਸ਼ਨ ਕਰੇ ਹੋਏ, ਗੁਰੂ ਬਾਬਿਆਂ ਨੇ ਉਹਦਾ ਜਵਾਬ ਦਿੱਤੇ। ਔਰ ਵਿਡੰਬਣਾ ਇਹ ਹੈ ਸਾਧ ਸੰਗਤ ਜੀਓ, ਸਾਡੇ ਧੁਰੰਦਰ ਵਿਦਵਾਨ ਵੀ ਸਨਾਤਨੀ ਮੱਤ ਦੇ ਹਿਸਾਬ ਨਾਲ ਜਵਾਬ ਦੇ ਕੇ ਗਏ ਹੋਏ ਨੇ, ਜਦ ਕਿ ਬਾਬਿਆਂ ਦਾ ਮਤ ਹੋਰ ਹੈ, ਸਿੱਧਾਂ ਦਾ ਮਤ ਹੋਰ ਹੈ। ਆਓ ਥੋੜ੍ਹੀ ਜਿਹੀ ਵਿਚਾਰ ਕਰਕੇ ਦੇਖੀਏ ਆਪਣੀ ਤੁੱਛ ਬੁੱਧੀ ਅਨੁਸਾਰ। ਸਿੱਧ ਕਹਿੰਦੇ ਸੀਗੇ ਵੀ ਈੜਾ ਪਿੰਗਲਾ ਸੁਖਮਨਾ ਦੇ ਨਾਲ ਅਸੀਂ ਪਰਮਾਤਮਾ ਨੂੰ ਪਾਉਂਦੇ, ਜਦ ਕਿ ਗੁਰੂ ਮਹਾਰਾਜ ਦਾ ਇਹ ਜਵਾਬ ਸੀਗਾ ਵੀ ਈੜਾ ਪਿੰਗਲਾ ਸੁਖਮਨਾ ਦੇ ਨਾਲ ਕੁਛ ਨਹੀਂ ਸਿਮਰਨਾ, ਨਾਮ ਨਾਲ ਸਿਮਰਨਾ, ਜੋ ਵੀ ਸਿਮਰਨਾ ਉਹ ਵੀ ਸਹਿਜ ਵਿੱਚ। ਸੁਖਮਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ। ਜਦੋਂ ਪਰਮਾਤਮਾ ਆਪਣੇ ਆਪ ਨੂੰ ਸਾਨੂੰ ਲਿਖਾ ਦਿੰਦਾ ਹੈ ਤਾਂ ਇਹਨਾਂ ਦੀ ਸਮਝ ਆਪੇ ਆ ਜਾਂਦੀ ਹੈ, ਜਿਹੜੀਆਂ ਸੁਖਮਨਾ ਈੜਾ ਪਿੰਗਲਾ ਦੇ ਟਾਂਟੇ ਹੈ। ਕਬੀਰ ਜੀ ਨੇ ਟਾਂਟੇ ਕਿਹਾ ਇਹਨਾਂ ਨੂੰ, ਈੜਾ ਪਿੰਗਲਾ ਸੁਖਮਨ ਬੰਦੇ, ਇਹ ਅਵਗਣ ਕਤ ਜਾਏ। ਅਵਗਣ ਕਿਹਾ, ਟਾਂਟੇ ਕਿਹਾ। ਕਿੱਥੇ ਚਲੇ ਜਾਂਦੇ ਜੋਗੀਆ, ਜਦ ਤੂੰ ਮਰ ਜਾਂਦਾ ਹੈ ਫਿਰ ਤੇਰੇ ਈੜਾ ਪਿੰਗਲਾ ਕਿੱਥੇ ਚਲੇ ਜਾਂਦੇ। ਇਹ ਟਾਂਟੇ ਜਿਹੜੇ ਤੂੰ ਕਰਦਾ ਹੈ ਸਵਾਹ ਮਲ ਕੇ, ਇਹ ਕਿੱਥੇ ਚਲੇ ਜਾਂਦੇ। ਨਾਮ ਨਾਲ ਜਾਂਦਾ ਹੈ ਬਾਬਿਆਂ ਵਾਲਾ, ਇਹ ਕੋਈ ਨਹੀਂ ਜਾਂਦਾ ਜੋਗੀਆਂ ਵਾਲਾ ਕਰਿਆ ਹੋਇਆ ਜੋ ਕੁਛ ਵੀ ਉਹ ਕਰਦੇ। ਸੁਖਮਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ, ਨਾਨਕ ਤਿਹੁ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਪਾਤਸ਼ਾਹ ਫਰਮਾਉਂਦੇ ਆ ਵੀ ਇਹਨਾਂ ਤਿੰਨਾਂ ਈੜਾ ਪਿੰਗਲਾ ਸੁਖਮਨਾ ਦੇ ਉੱਪਰ ਪਰਮਾਤਮਾ ਹੈ, ਨਾਨਕ ਤਿਹੁ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਸਤਿਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦੇ ਵਿੱਚ ਸਮਾ ਹੁੰਦਾ, ਨਾ ਕਿ ਈੜਾ ਪਿੰਗਲਾ ਦੁਆਰਾ ਕਰਿਆ ਜਾਂਦਾ ਕੁਛ ਵੀ। ਸਾਧ ਸੰਗਤ ਜੀ, ਇਹਨੂੰ ਹੋਰ ਖੋਲ੍ਹਿਆ ਭਾਈ ਗੁਰਦਾਸ ਜੀ ਨੇ। ਭਾਈ ਗੁਰਦਾਸ ਜੀ ਫਰਮਾਉਂਦੇ ਹੈ ਵੀ ਜਿਹੜਾ ਪਿਰਮ ਰਸ ਹੈ ਉਹਦੇ ਵਰਗੀ ਕੋਈ ਰੀਸ ਨਹੀਂ ਹੈ। ਪਿਰਮ ਰਸ, ਪ੍ਰੇਮ ਪੈਦਾ ਹੋ ਜਾਣਾ, ਲਿਵ ਲੱਗ ਜਾਣੀ ਆਪਣੇ ਪ੍ਰੇਮੀ ਦੀ, ਵਾਹਿਗੁਰੂ ਦੀ, ਗੁਰੂ ਦੀ।
ਗੁਰਮੁਖ ਸੁਖ ਫਲ ਪਿਰਮ ਰਸ, 6 ਰਸ ਹੈਰਾਨ। 6 ਕਿਸਮ ਦੇ ਜਿਹੜੇ ਰਸ ਨੇ, ਖੱਟੇ ਮਿੱਠੇ ਵਗੈਰਾ, ਉਹ ਵੀ ਹੈਰਾਨ ਹੁੰਦੇ ਆ ਵੀ ਉਹਨਾਂ ਤੋਂ ਵੀ ਇਹ ਜ਼ਿਆਦਾ ਵਧੀਆ ਚੀਜ਼ ਹੈ ਜਿਹੜਾ ਸੁਖ ਫਲ ਹੈ, ਆਨੰਦ ਹੈ, ਜਿਹੜਾ ਪਿਰਮ ਰਸ ਹੈ। ਨਿਜਰ ਧਾਰ ਹਜ਼ਾਰ ਹੋਏ, ਪੈ ਚਕਿਤ ਭੁਲਾਣਾ। ਉਹ ਸਿੱਧੋ, ਉਹ ਜੋਗਿਓ, ਉਹ ਜੇ ਹਜ਼ਾਰਾਂ ਵੀ ਧਾਰਾਂ ਤੁਹਾਡੇ ਅੰਦਰ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਝਰਦੀਆਂ ਸੋਮੇ ਚੋਂ ਫੁੱਟਦੀਆਂ ਅੰਦਰੋਂ, ਜਿਹਨੂੰ ਉਹ ਕਹਿੰਦੇ ਆ ਵੀ ਸਾਨੂੰ ਸੋਮ ਰਸ ਝੜਦਾ ਅੰਦਰ, ਜੇ ਹਜ਼ਾਰਾਂ ਵੀ ਧਾਰਾਂ ਹੋਵੇਂ ਤਾਂ ਵੀ ਤੁਸੀਂ ਭਰਮ ਭੁਲੇਖਿਆਂ 'ਚ ਪਏ ਹੋਏ, ਕਿਉਂਕਿ ਪਿਰਮ ਰਸ ਦੀ ਬਰਾਬਰੀ ਨਹੀਂ ਕਰ ਸਕਦੀਆਂ। ਈੜਾ ਪਿੰਗਲਾ ਸੁਖਮਨਾ, ਸੋਹੰਗ ਨਾ ਸਮਾਣਾ। ਨਾ ਈੜਾ ਪਿੰਗਲਾ ਸੁਖਮਨਾ, ਨਾ ਹੀ ਸੋਹਣ ਦਾ ਜਾਪ, ਜਿਹੜਾ ਉਹ ਰਵਾਇਤੀ ਤੌਰ ਪਰ ਕਰਦੇ हैं। सोहन सो जां कहो है आप जाप। ਸੋਹੰਗ ਆਪ ਪਛਾਣੀਏ, ਸ਼ਬਦ ਭੇਦ ਪਤਿਆਏ। ਜੇ ਉਹਦਾ ਜਾਪ ਕਰਨਾ ਹੈ ਤਾਂ ਆਪਣੇ ਆਪ ਦੀ ਪਛਾਣ ਕਰਕੇ ਕਰੋ, ਨਾ ਕਿ ਟੈਕਨੀਕਲੀ ਜਿਵੇਂ ਵਾਹਿਗੁਰੂ ਵਾਹਿਗੁਰੂ ਕਰਨਾ, ਪਰ ਉਹਦਾ ਮਤਲਬ ਨਾ ਸਮਝਣਾ, ਹਉਮੈ ਤੋੜਨ ਵੱਲ ਨਾ ਲਾਉਣਾ ਉਹਨੂੰ, ਫਿਰ ਉਹ ਟੈਕਨੀਕਲ ਸ਼ੇਸ਼ਨਾਗ ਦੀ ਤਰ੍ਹਾਂ ਰਹਿ ਜਾਂਦਾ। तो भाई गुरदास जी फरमाने हैं बई कोई सोहन दा जाप, कोई ईड़ा पिंगला, कोई उस पिरम रस दे बराबरी नहीं कर सकदियां। सोहंग ना समाना। 20-21 चढ़ाओ चढ़, परचा परवाना। जिन्ना चिर 20 और 21 ਨੂੰ ਪਾਰ ਨਹੀਂ ਕਰਦੇ, ਇਹਨਾਂ ਦਾ ਚੜਾਓ ਨਹੀਂ ਚੜ੍ਹਦੇ, ਇਹਨਾਂ ਤੋਂ ਪਾਰ ਨਹੀਂ ਜਾਂਦੇ, ਪਰਚਾ ਨਹੀਂ ਪ੍ਰਵਾਨ ਹੋਣਾ। ਮਤਲਬ ਇਹ 20 ਸੰਸਾਰ, 21 ਸੰਗਤ। ਸੰਗਤ ਦੇ ਵਿੱਚ ਆ ਕੇ ਸੰਗਤ ਦੀ ਪ੍ਰਾਪਤੀ ਕਰਕੇ ਜਿੰਨਾ ਚਿਰ ਨਿੱਜ ਘਰ 'ਚ ਨਹੀਂ ਜਾਂਦੇ। 20-21 ਚੜਾਓ ਚੜ੍ਹ, ਇਉਂ ਨਿੱਜ ਘਰ ਜਾਈਏ। 20-21 ਚੜਾਓ ਚੜ੍ਹ ਹੋਏ ਸਹਿਜ ਸਮਾਈਏ। ਤੋ ਇਹਨਾਂ ਦੇ ਉੱਪਰ ਨਿਕਲਣਾ ਹੈ 20 ਔਰ 21 ਤੋਂ, ਫਿਰ ਪ੍ਰਾਪਤੀ ਹੋਊਗੀ। ਸੋਹੰਗ ਨੇ, ਈੜਾ ਪਿੰਗਲਾ ਨੇ ਕੁਛ ਨਹੀਂ ਸਵਾਰਨਾ ਤੁਹਾਡਾ ਭਾਈ। ਇਹ ਭਾਈ ਗੁਰਦਾਸ ਜੀ ਸਮਝਾ ਰਹੇ। ਤੋ ਸਿੱਧਾ ਨੇ ਬੜੇ ਪ੍ਰਸ਼ਨ ਕਰੇ, ਪੁੱਛਿਆ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਉਹ ਬਾਲ ਕੇ ਗੁਰੂ ਸਾਹਿਬ ਨੂੰ ਉਹ ਬਾਲ ਕੇ ਕਰਕੇ ਫਰਮਾ ਰਹੇ, ਬਾਲਾ ਕਰਕੇ, ਕਿਹੜਾ ਮੂਲ ਹੈ ਇਸ ਸ੍ਰਿਸ਼ਟੀ ਦਾ ਜਾਂ ਬੰਦਿਆਂ ਦਾ, ਤੇ ਕਿਹੜੀ ਮੱਤ ਹੈ ਲੈਣ ਦਾ ਵੇਲਾ। ਕਿਉਂਕਿ ਉਹ ਸਮਝਦੇ ਹੁੰਦੇ ਸੀ ਵੀ ਹੁਣ ਕਿਹੜੇ ਮੱਤ ਦਾ ਪਹਿਰਾ ਹੈ, ਕਦੇ ਪਹਿਰਾ ਜੋਗ ਮੱਤ ਦਾ ਰਿਹਾ, ਕਦੇ ਕਿਸੇ ਮੱਤ ਦਾ ਰਿਹਾ। ਤੋ ਗੁਰੂ ਸਾਹਿਬ ਫਰਮਾ ਰਹੇ ਹੈ ਪਵਨ ਆਰੰਭ ਸਤਿਗੁਰ ਮਤ ਵੇਲਾ। ਆਰੰਭ ਹੁੰਦਾ ਸਾਡਾ ਜਦੋਂ ਸਵਾਸ ਚੱਲਦੇ ਆ ਬਾਹਰ ਆ ਕੇ, ਮਾਤਾ ਦੇ ਪੇਟ 'ਚੋਂ ਬਾਹਰ ਆ ਕੇ ਜਦੋਂ ਚੀਕ ਮਾਰਦਾ ਬੱਚਾ, ਉਦੋਂ ਸਵਾਸ ਚੱਲਦੇ ਪਹਿਲੀ ਵਾਰੀ, ਉੱਥੋਂ ਸਾਡਾ ਆਰੰਭ ਹੁੰਦਾ। ਸਤਿਗੁਰ ਮਤ ਵੇਲਾ, ਇਹ ਵੇਲਾ ਸਤਿਗੁਰੂ ਦੀ ਮੱਤ ਲੈਣ ਦਾ, ਹੋਰ ਮਤਾਂ ਦਾ ਨਹੀਂ ਹੈ। ਸ਼ਬਦ ਗੁਰੂ ਸੁਰਤ ਤੁਮ ਚੇਲਾ। ਗੁਰੂ ਸ਼ਬਦ ਹੈ ਔਰ ਉਹਦੇ ਵਿੱਚ ਜਿਹੜੀ ਸੁਰਤ ਜੁੜਦੀ ਹੈ ਉਹ ਧੁਨੀ, ਮਤਲਬ ਉਹਦੀ ਲਗਾਤਾਰ ਯਾਦ ਬਣੀ ਰਹਿਣੀ, ਉਹਨੂੰ ਧੁਨ ਕਹਿੰਦੇ, ਲਿਵ ਜਿਹਨੂੰ ਕਹਿੰਦੇ। ਸ਼ਬਦ ਦੇ ਵਿੱਚ ਉਹ ਧੁਨ ਲੱਗ ਜੇ, ਬਸ ਇਹਦੇ ਨਾਲ ਪ੍ਰਾਪਤੀ ਹੁੰਦੀ ਹੈ, ਹੋਰ ਕੋਈ ਇਹੀ ਜਿਹੀ ਬਾਤ ਹੈ ਨਹੀਂ। ਤੋ ਅਗਲਾ ਸਵਾਲ, ਬਹੁਤ ਸਵਾਲ ਕਰੇ ਆਪਾਂ, ਥੋੜੇ ਜਿਹੇ ਲੈਣੇ, ਪਰ ਹੈ ਬੜੇ ਦਿਲਚਸਪ। ਇਸ ਸੰਸਾਰ ਦੇ ਬਾਰੇ 'ਚ ਬਹੁਤ ਸਵਾਲ ਕਰੇ, ਕਿਉਂਕਿ ਸਿੱਧ ਵੀ ਪੜ੍ਹੇ ਲਿਖੇ ਸੀਗੇ, ਉਹਨਾਂ ਕੋਲ ਵੀ ਫਲਸਫਾ ਸੀਗਾ। ਸਿੱਧ ਸਵਾਲ ਕਰਦੇ ਹੈ ਨਾਵ ਕਮਲ ਅਸਥੰਭ ਨਾ ਹੋਤੋ, ਤਾਂ ਪਵਨ ਕਵਨ ਘਰ ਸਹਿਤਾ। ਹੇ ਗੁਰੂ ਨਾਨਕ ਜੀਓ, ਭਾਵੇਂ ਉਹ ਬਾਲਾ ਹੀ ਕਹਿੰਦੇ ਸੀ, ਪਰ ਆਪਾਂ ਉਸ ਤਰ੍ਹਾਂ ਕਹਿਣਾ ਸਤਿਕਾਰ ਦੇ ਵਿੱਚ, ਨਾਭ ਕਮਲ ਅਸਥੰਭ ਨਾ ਹੋਤੋ। ਜੇ ਨਾਭੀ ਦਾ ਜਿਹੜਾ ਕਮਲ ਦਾ ਫੁੱਲ ਹੈ ਨਾਭੀ 'ਚ, ਉਹਨਾਂ ਦੇ ਉਹ ਸਮਝਦੇ ਆ ਜਿਹੜਾ ਜੋਗੀ, ਜੇ ਉਹਦਾ ਆਸਰਾ ਨਾ ਹੁੰਦਾ ਤਾਂ ਸਵਾਸ ਕਿੱਥੇ ਟਿਕਦੇ ਸੀ, ਫਿਰ ਕਿੱਥੇ ਰਹਿੰਦੇ ਸੀ ਇਹ। ਵੀ ਬਾਬਾ ਜੀ ਤੁਸੀਂ ਕਹਿੰਦੇ ਆ ਵੀ ਕੋਈ ਨਾਭ ਦੇ ਕਮਲ ਨਹੀਂ ਹੈ, ਨਾ ਹੀ ਕੋਈ ਇਹ ਆਸਰਾ ਹੈ, ਫਿਰ ਇਹ ਪਵਨ ਕਿੱਥੇ, ਸਵਾਸ ਕਿੱਥੇ ਟਿਕਦੇ ਸੀ। ਦੇਖੋ ਜਵਾਬ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ। ਉਹ ਭਾਈ ਜਦ ਨਾਭ ਕਮਲ ਦਾ ਆਸਰਾ ਨਹੀਂ ਹੁੰਦਾ ਤਾਂ ਨਿਜ ਘਰ ਦੇ ਵਿੱਚ ਪ੍ਰੇਮ ਵਿੱਚ ਰੱਤੀ ਹੋਈ ਜਿਹੜੇ ਸਵਾਸ ਹੈ ਉਹ ਰਹਿੰਦੇ ਆ। ਨਿਜ ਘਰ ਕਿਹੜਾ, ਜਿਹੜਾ ਸੰਗਤ ਮਿਲਣ ਤੋਂ ਬਾਅਦ ਵਿੱਚ, ਗੁਰੂ ਦੀ ਭੇਂਟ ਹੋਣ ਤੋਂ ਬਾਅਦ ਵਿੱਚ
ਅਸੀਂ ਆਪਣੇ ਅਸਲੀ ਘਰ 'ਚ ਜਾਂਦੇ ਨਿੱਜ ਘਰ 'ਚ, ਉੱਥੇ ਸਵਾਸ ਰਹਿੰਦੇ, ਨਾ ਕਿ ਇਹ ਧੁੰਨੀ 'ਚ ਰਹਿੰਦੇ। ਜੋਗੀਆਂ ਨੇ ਸਾਰਾ ਕੁਛ ਹੀ ਧੁੰਨੀ ਨੂੰ ਮਰਕਜ਼ ਬਣਾਇਆ ਹੋਇਆ ਸੀਗਾ, ਵੀ ਸਵਾਸ ਵੀ ਇਹਦੇ 'ਚ ਰਹਿੰਦੇ, ਸੋਚ ਵਿਚਾਰ ਵੀ ਇਹਦੇ 'ਚ ਹੁੰਦੀ ਹੈ, ਔਰ ਹਵਾ ਨਿਕਲਦੀ ਵੀ ਇੱਥੋਂ ਹੈ ਜਦ ਮਰਦਾ ਬੰਦਾ। ਇਹ ਸਾਰੇ ਗਲਤ ਖਿਆਲੀ ਹੈ ਸਾਇੰਸ ਦੇ ਮੁਤਾਬਕ ਵੀ, ਔਰ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਵੀ ਇਹੀ ਗੱਲ ਸਮਝਾਈ ਹੋਈ ਹੈ। ਭਾਵੇਂ ਸ਼ਬਦ ਜੋਗੀਆਂ ਵਾਲੇ ਸਿੱਧਾਂ ਵਾਲੇ ਵਰਤੇ ਹੈ, ਭੁਲੇਖਾ ਪੈਂਦਾ ਜ਼ਰੂਰ ਇਸ ਗੱਲ ਦਾ। ਦੇਖੋ, ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸਸਕਰ ਸੂਰ ਸਮਾਵੈ। ਸਵਾਲ ਕਰਦੇ ਆ ਸਿੱਧ ਵੀ ਮੂਲ ਨੂੰ ਕਿੱਕਣ ਪਛਾਣੀਏ, ਆਪਣੇ ਆਤਮ ਨੂੰ ਕਿਵੇਂ ਜਾਣੀਏ, ਕਿਵੇਂ ਚੰਦਰਮਾ ਦੇ ਘਰ 'ਚ ਸੂਰਜ ਸਮਾਵੈ। ਇਹ ਉਹਨਾਂ ਦੇ ਸਵਾਲ ਹੈ। ਪਾਤਸ਼ਾਹ ਦਾ ਜਵਾਬ ਹੈ, ਗੁਰਮੁਖ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਸਾਰੀ ਪ੍ਰਕਿਰਿਆ ਜਿਹੜੀ ਗੁਰਬਾਣੀ ਨੇ ਸਮਝਾਈ ਹੈ ਮਨ ਦੀ, ਉਹ ਹਉਮੈ ਦੇ ਦੁਆਲੇ ਘੁਮਾ ਕੇ ਨਾਮ ਨਾਲ ਜੋੜਨਾ। ਹਉਮੈ ਤੜਾ ਕੇ ਤੋੜ ਕੇ ਗੁਰੂ ਤੋਂ ਫਿਰ ਨਾਮ ਦੇ ਨਾਲ ਜੋੜਨਾ, ਨਾ ਕਿ ਕੋਈ ਅਭਿਆਸ ਕਰਨਾ ਜਿਹੜਾ ਇਹ ਜੋ ਕੁਛ ਸੰਸਾਰ 'ਚ ਹੋ ਰਿਹਾ ਸੀ ਔਰ ਹੁਣ ਵੀ ਹੋ ਰਿਹਾ। ਤੋ ਅਗਲਾ ਸਵਾਲ ਹੈ ਉਹਦਾ, ਜਿਹੜਾ ਕਿਉਂ ਮੂਲ ਪਛਾਣੇ ਦਾ ਜਵਾਬ ਦੇ ਰਹੇ ਹੈ। ਇਹ ਮਨ ਨਿਸ਼ਚਲ ਹਿਰਦੈ ਵਸਿਐ, ਗੁਰਮੁਖ ਮੂਲ ਪਛਾਣ ਰਹਿ। ਜੋਗਿਓ ਸਿੱਧੋ, ਇਹ ਮਨ ਨੇ ਨਿਸ਼ਚਲ ਕਦ ਹੋਣਾ ਹੈ, ਜਦ ਇਹਨੇ ਹਿਰਦੇ ਵਿੱਚ ਜਾ ਵੜਨਾ। ਮਨ ਉਹ ਸੂਰਜ ਨੂੰ ਕਹਿੰਦੇ ਸੀਗੇ, ਅਤੇ ਚੰਦਰਮਾ ਹੈਗਾ ਜਿਹੜਾ ਸਾਡਾ ਹਿਰਦਾ। ਤੋ ਪਾਤਸ਼ਾਹ ਕਹਿ ਰਹੇ ਹੈ, ਫਰਮਾ ਰਹੇ ਹੈ ਵੀ ਇਹ ਮਨ ਨਿਸ਼ਚਲ ਹਿਰਦੇ ਵਸੀਲੇ, ਜਦ ਸਾਡਾ ਮਨ ਬਾਹਰ ਜਿਹੜਾ ਧਾਉਂਦਾ ਫਿਰਦਾ ਘੁੰਮਦਾ ਫਿਰਦਾ, ਇਹ ਹਿਰਦੇ ਜਾ ਕੇ ਟਿਕ ਜੂਗਾ। ਔਰ ਗੁਰੂ ਦੇ ਰਾਹੀਂ ਮੂਲ ਪਛਾਣ ਹੋਣਾ ਹੈ, ਜਿਹੜਾ ਉਹ ਕਹਿੰਦੇ ਸੀ ਕਿਉਂ ਮੂਲ ਪਛਾਣ ਹੈ, ਕਿਵੇਂ ਮੂਲ ਨੂੰ ਪਛਾਣੀਏ, ਆਤਮ ਜਾਣੇ। ਗੁਰੂ ਦੇ ਰਾਹੀਂ ਪਛਾਣ ਹੋਣਾ, ਗੁਰੂ ਦੀ ਬਾਣੀ ਨੇ ਇਹ ਗੱਲ ਸਮਝਾਉਣੀ ਹੈ ਸਾਨੂੰ ਵੀ ਆਪਣਾ ਮੂਲ ਕਿਵੇਂ ਪਛਾਣਨਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸ਼ਬਦ ਤੋਂ ਪਤਾ ਚੱਲਣਾ ਇਹ ਸਭ ਕੁਛ। ਨਾਭ ਪਵਨ ਕਾ ਆਸਣ ਬੈਸੈ, ਗੁਰਮੁਖ ਖੋਜਿ ਤਤ ਲੈ। ਇਹ ਤੁਕ ਤੋਂ ਬਹੁਤ ਭੁਲੇਖਾ ਪੈ ਰਿਹਾ ਸਿੱਖ ਜਗਤ ਵਿੱਚ, ਧੁਰੰਦਰ ਵਿਦਵਾਨਾਂ ਨੂੰ ਵੀ ਪਿਆ। ਨਾਭ ਪਵਨ, ਨਾਭੀ ਦੀ ਜਿਹੜੀ ਪੌਣ ਹੈ ਉਹਦੇ ਵਿੱਚ ਬੈਠਾ ਗੁਰਮੁਖ ਖੋਜਿ ਤਤ ਲੈ। ਇਹ ਤਾਂ ਹੋ ਗਿਆ ਇਹਦਾ ਆਖਰੀ ਅਰਥ। ਇਹਦਾ ਮਤਲਬ ਕਿਆ ਹੈ? ਕਿਉਂਕਿ ਪਾਤਸ਼ਾਹ ਤਾਂ ਮੰਨ ਨਹੀਂ ਰਹੇ ਇਸ ਗੱਲ ਨੂੰ ਵੀ ਜੋਗਿਓ, ਜੋ ਤੁਸੀਂ ਕਹਿੰਦੇ ਵੀ ਨਾਭ ਕਮਲ 'ਤੇ ਹੀ ਸਭ ਕੁਛ ਹੁੰਦਾ ਹੈ, ਨਾਭ ਦੇ ਵਿੱਚ ਪਵਨ ਵੀ ਹੈ। ਅਤੇ ਗੁਰੂ ਸਾਹਿਬ ਦਾ ਜਵਾਬ ਕਿਆ ਹੈ ਵੀ ਤੁਸੀਂ ਗੁਰਮੁਖ ਦੇ ਰਾਹੀਂ ਗੁਰੂ ਦੇ ਅਨੁਸਾਰੀ ਹੋ ਕੇ ਤੱਤ ਨੂੰ ਖੋਜ ਲਓ, ਫਿਰ ਤੁਸੀਂ ਸਮਝ ਲਿਓ ਵੀ ਤੁਸੀਂ ਨਾਭ ਪਵਨ 'ਚ ਬੈਠ ਗਏ, ਆਪਣੇ ਘਰ 'ਚ ਬਹਿ ਗਏ। ਇਹ ਨਹੀਂ ਹੈ ਵੀ ਉਹ ਕਹਿ ਰਹੇ ਵੀ ਕਿਤੇ ਨਾਭ ਕਮਲ ਦਾ ਆਸਣ ਕਰੋ ਤੁਸੀਂ। ਨਾਭ ਪਵਨ ਕਾ ਆਸਣ ਵੈਸੈ, ਗੁਰਮੁਖ ਖੋਜ ਤਤ ਲੈ। ਗੁਰੂ ਦੇ ਅਨੁਸਾਰੀ ਹੋ ਕੇ ਖੋਜ ਕਰੋ, ਤੱਤ ਦੀ ਖੋਜ ਕਰੋ ਪਰਮਾਤਮਾ ਦੀ, ਫਿਰ ਸਮਝ ਲਿਓ ਵੀ ਅਸੀਂ ਨਾਭ ਪਵਨ 'ਚ ਬੈਠੇ ਹਾਂ, ਨਹੀਂ ਤਾਂ ਨਹੀਂ। ਤੋ ਜੋਗੀਆਂ ਦਾ ਮਤ ਨਾਭ ਪਵਨ ਹੈ, ਗੁਰੂ ਸਾਹਿਬ ਦਾ ਮਤ ਨਾਮ ਹੈ। ਫਿਰ ਸਵਾਲ ਕਰਿਆ ਸਿੱਧਾਂ ਨੇ, ਤ੍ਰੈ ਸਤ ਅੰਗੁਲ ਬਾਈ ਕਹੀਐ, ਤਿਸ ਕਉ ਕਵਣ ਆਧਾਰੋ। 3 ਔਰ 7 10 ਉਂਗਲ ਵਾਈ ਕਹੀ ਜਾਂਦੀ ਹੈ। ਹਵਾ ਆਪਾਂ ਬਾਹਰ ਜਾ ਛੱਡਦੇ ਨੱਕ ਰਾਹੀਂ ਜਾਂ ਮੂੰਹ ਰਾਹੀਂ 10 ਉਂਗਲ ਤੱਕ ਜਾਂਦੀ ਹੈ ਬਾਹਰ। ਦੱਸੋ ਬਾਬਾ ਜੀ ਇਹਦਾ ਕਿਹੜਾ ਆਧਾਰ ਹੈ, ਇਹਦਾ ਆਸਰਾ ਕਿਆ ਹੈ? ਜਿਹੜੀ ਪਵਨ ਚੱਲਦੀ ਹੈ ਕਿਹਦੇ ਆਸਰੇ ਟਿਕਦਾ ਹੈ ਸਾਹਸ? ਤ੍ਰੈ ਸਤ ਉਂਗਲ ਬਾਈ ਅਵਧੂ ਸੁਨ ਸੱਚ ਆਹਾਰ। ਪਾਤਸ਼ਾਹ ਜਵਾਬ ਦੇ ਰਹੇ ਹੈ ਵੀ ਜੋਗਿਓ, ਇਹ ਧੁੰਨੀ ਦੇ ਆਸਰੇ, ਧੁੰਨੀ ਦੇ ਵਿੱਚ ਜਿਹੜਾ ਤੁਸੀਂ ਕਮਲ ਸਮਝਦੇ ਆ ਨਾ, ਔਰ ਧੁੰਨੀ ਦੇ ਵਿੱਚ ਤੁਸੀਂ ਪਵਨ ਸਮਝਦੇ ਆ ਵੀ ਉਹ ਪਵਨ ਆਸਰਾ ਦਿੰਦੀ ਹੈ ਸਾਡੇ ਸਵਾਸਾਂ ਨੂੰ ਜਿਹੜੇ ਬਾਹਰ ਆਉਂਦੇ। ਨਹੀਂ, ਐਸਾ ਨਹੀਂ ਹੈ। ਤ੍ਰੈ ਸਤ ਉਂਗਲ ਵਾਈ ਅਵਧੂ ਸੁਨ ਸੱਚ ਆਹਾਰ। ਇਹਦਾ ਜਿਹੜਾ ਆਹਾਰ ਹੈ, ਯਾਨੀ ਜਿਹਦੇ ਆਸਰੇ ਨਾਲ ਸਵਾਸ ਚੱਲਦੇ ਆ, ਉਹ ਸੁੰਨ ਹੈ। ਸੁੰਨ ਪਰਮਾਤਮਾ ਨੂੰ ਕਿਹਾ ਗੁਰੂ ਸਾਹਿਬ ਨੇ ਸਾਰੀ ਬਾਣੀ 'ਚ। ਜੋਗੀਆਂ ਦਾ ਸੁੰਨ ਹੋਰ ਹੈ, ਬਾਬਿਆਂ ਦਾ ਸੁੰਨ ਹੋਰ ਹੈ। ਤੋ ਸੁੰਨ ਦਾ ਆਸਰਾ ਸਵਾਸਾਂ ਨੂੰ, ਨਾ ਕਿ ਕਿਸੇ ਪਵਨ ਦਾ, ਨਾਭੀ ਦੀ ਪਵਨ ਦਾ ਜਾਂ ਨਾਭ ਦੇ ਕਮਲ ਦਾ ਕੋਈ ਆਸਰਾ। ਅਗਲਾ ਸਵਾਲ, ਜਾਂ ਇਹ ਹਿਰਦਾ ਦੇਹ ਨਾ ਹੋਤੀ, ਤਉ ਮਨ ਕੈਠੈ ਰਹਿਤਾ। ਉਹ ਬਾਬਾ ਜੀ, ਉਹ ਜਦ ਹਿਰਦਾ ਵੀ ਨਹੀਂ ਸੀ, ਦੇਹ ਵੀ ਨਹੀਂ ਸੀ, ਤਾਂ ਮਨ ਕਿੱਥੇ ਰਹਿੰਦਾ ਸੀ ਫਿਰ? ਤੁਸੀਂ ਕਹਿੰਦੇ ਆ ਵੀ ਨਾਭ ਕਮਲ ਵਿੱਚ ਤਾਂ ਰਹਿੰਦਾ ਨਹੀਂ, ਵੀ ਫਿਰ ਕਿੱਥੇ ਰਹਿੰਦਾ ਸੀਗਾ? ਦੇਖੋ ਜਵਾਬ ਸੁਣੋ। ਹਿਰਦਾ ਦੇਹ ਨਾ ਹੋਤੀ ਅਵਧੂ, ਤਾ ਮਨ ਸੁਨ ਰਹਿ ਬੈਰਾਗੀ। ਜਦ ਹਿਰਦਾ ਦੇਹ ਨਹੀਂ ਸੀ, ਹੇ ਅਦੂਤੋ, ਹੇ ਜੋਗਿਓ ਸਿੱਧੋ, ਤਾਂ ਮਨ ਸੁੰਨ ਵਿੱਚ ਰਹਿੰਦਾ ਸੀ, ਬੈਰਾਗੀ ਹੋ ਗਏ।
ਸੁਨ ਯਾਨੀ ਪਰਮਾਤਮਾ, ਨਿਜ ਘਰ ਜਿਹੜਾ ਅੰਦਰ ਹੀ ਹੈ। ਤੋ ਨਾਭ ਪਵਨ ਦਾ ਔਰ ਨਾਭ ਕਮਲ ਦਾ ਜ਼ਬਰਦਸਤ ਤਰੀਕੇ ਨਾਲ ਬਾਬਿਆਂ ਨੇ ਖੰਡਨ ਕਰਿਆ, ਔਰ ਅਸੀਂ ਇਹਨਾਂ ਸ਼ਬਦਾਂ ਨੂੰ ਦੇਖ ਕੇ ਪ੍ਰਭਾਵਿਤ ਹੋਈ ਜਾਂਦੇ ਹਾਂ, ਕਿਉਂਕਿ ਜੋਗ ਮਤ ਦੇ ਸ਼ਬਦ ਨੇ, ਸਿੱਧਾਂ ਦੇ ਆਪਣੇ ਸ਼ਬਦ ਨੇ। ਨਾਭ ਪਵਨ ਕਰਕੇ ਬੜਾ ਪ੍ਰਭਾਵ ਪੈਂਦਾ। ਤੋ ਇਹ ਚੀਜ਼ ਨੂੰ ਵਿਚਾਰਨਾ ਹੈ ਆਪਾਂ ਨੇ, ਗੁਰਮੁਖਤਾਈ ਦੇ ਐਂਗਲ ਤੋਂ, ਗੁਰਬਾਣੀ ਦੇ ਐਂਗਲ ਤੋਂ ਗੁਰਬਾਣੀ ਵਿਚਾਰਨੀ ਹੈ, ਨਾ ਕਿ ਸਨਾਤਨੀ ਮੱਤ ਦੇ ਅਨੁਸਾਰ। ਉਹਨਾਂ ਦਾ ਮੱਤ ਹੋਰ ਹੈ। ਦੇਖੋ ਸਾਧ ਸੰਗਤ ਜੀ, ਜਿਹੜੀ ਸਾਡੀ ਧੁਨੀ ਹੈ ਇਹ ਮਰਕਜ਼ ਹੈਗਾ ਫਿਜ਼ੀਕਲ, ਸਾਡੇ ਸਰੀਰ ਦਾ ਫਿਜ਼ੀਕਲ ਮਰਕਜ਼ ਹੈ। ਜੇ ਕਿਸੇ ਬੰਦੇ ਨੂੰ ਪੁੱਠਾ ਕਰਕੇ ਲਟਕਾ ਦਈਏ ਕਿਸੇ ਐਸੀ ਤਿੱਖੀ ਜਿਹੀ ਮੇਖ ਪਰ ਜਿਹੜੀ ਧੁਨੀ ਦੇ ਵਿੱਚ ਹੋਵੇ, ਉਹਨੂੰ ਘੁਮਾ ਦਈਏ ਤਾਂ ਬੰਦਾ ਗਿਰੂਗਾ ਨਹੀਂ, ਕਿਉਂਕਿ ਉਹਦਾ ਇਕੁਇਲਿਬਰੀਅਮ ਉੱਥੇ ਹੈ ਆਪਣੀ ਧੁਨੀ ਦੇ ਵਿੱਚ, ਇੱਕ ਜਿਹਾ ਵਜਨ ਹੈ ਦੋਵੇਂ ਪਾਸੇ ਘੁੰਮੀ ਜਾਏਗਾ। ਜੇ ਇੱਧਰ ਉੱਧਰ ਕਰ ਦਿੱਤੀ ਬੰਦਾ ਇੱਕ ਪਾਸੇ ਨੂੰ ਗਿਰ ਜਾਏਗਾ। ਫਿਜ਼ੀਕਲ ਸੈਂਟਰ ਹੈ, ਲੇਕਿਨ ਅਧਿਆਤਮ ਦਾ ਸੈਂਟਰ ਗੁਰਬਾਣੀ ਨੇ ਨਹੀਂ ਮੰਨਿਆ ਧੁਨੀ ਨੂੰ, ਸਿੱਧ ਮੰਨਦੇ ਸੀਗੇ। ਹੁਣ ਤਾਂ ਹੀ ਲੋਕ ਮੰਨੀ ਜਾਂਦੇ, ਸਿੱਖ ਧਰਮ ਵਿੱਚ ਵੀ ਇਹੀ ਕੁਛ ਹੋਈ ਜਾਂਦਾ ਹੈ। ਮਹਾਰਾਜ ਬਚਾਵੇ ਸਾਨੂੰ। ਤੋ ਸਾਡਾ ਮਰਕਜ਼ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਸੋਚ ਵਿਚਾਰ ਹੁੰਦੀ ਹੈ, ਨਾ ਕਿ ਧੁਨੀ 'ਚ ਹੁੰਦੀ ਹੈ ਕੋਈ ਵੀ। ਜਿਹੜੀ ਪਾਵਨ ਹੈ, ਪੌਣ ਹੈ, ਇਹ ਮੂੰਹ ਦੇ ਰਾਹੀਂ ਜਾਂਦੀ ਹੈ, ਵਿੰਡ ਪਾਈਪ ਦੇ ਰਾਹੀਂ ਫੇਫੜਿਆਂ ਵਿੱਚ, ਛਾਤੀ 'ਚ, ਦੋਹਾਂ ਪਾਸੇ, ਉੱਥੋਂ ਹੀ ਬਾਹਰ ਨਿਕਲ ਜਾਂਦੀ ਹੈ। ਔਰ ਉੱਥੋਂ ਜਿਹੜੀ ਆਕਸੀਜਨ ਹੈ ਉਹ ਲੈ ਕੇ ਬਲੱਡ ਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ। ਫਿਰ ਹਾਰਟ ਉਹਨੂੰ ਪੰਪ ਕਰਦਾ ਇਕੱਲੇ ਇਕੱਲੇ ਟਿਸ਼ੂ ਦੇ ਵਿੱਚ, ਇਕੱਲੇ ਇਕੱਲੇ ਸੈੱਲਾਂ ਦੇ ਵਿੱਚ। ਧੁਨੀ ਦੇ ਵਿੱਚ ਐਜ ਸੱਚ ਕੋਈ ਪੌਣ ਨਹੀਂ ਹੈ, ਬਿਲਕੁਲ ਸਾਇੰਸ ਦੇ ਮੁਤਾਬਕ ਵੀ ਅਤੇ ਅਧਿਆਤਮ ਦੇ ਮੁਤਾਬਕ ਵੀ, ਗੁਰਬਾਣੀ ਦਾ ਜਿਹੜਾ ਫਲਸਫਾ। ਹੁਣ ਕਿਉਂਕਿ ਸਾਨੂੰ ਸੁਣਨ ਵਿੱਚ ਇਹੀ ਕੁਛ ਮਿਲਦਾ ਟੀਕਿਆਂ ਵਿੱਚ, ਸਨਾਤਨੀ ਐਂਗਲ ਤੋਂ ਜਿਹੜੀਆਂ ਵਿਚਾਰਾਂ ਹੋਈਆਂ ਆਪਾਂ ਵੀ ਉਹੀ ਮੰਨੀ ਬੈਠੇ ਹਾਂ। ਐਸਾ ਨਹੀਂ ਹੈ, ਬਾਬਿਆਂ ਦਾ ਮਤ ਹੋਰ ਹੈ, ਸਿੱਧਾਂ ਦਾ ਮਤ ਹੋਰ ਹੈ। ਅਗਲਾ ਸਵਾਲ, ਮਨ ਕਾ ਜਿਉ ਪਵਨ ਕਥਿਅਲੇ, ਪਵਨ ਕਹਾਂ ਰਸ ਖਾਈ। ਉਹ ਬਲ ਕੇ ਗੁਰੂ ਨਾਨਕ ਸਾਹਿਬ ਜੀਓ, ਜਿਹੜਾ ਮਨ ਦਾ ਆਸਰਾ ਹੈ, ਮਨ ਦਾ ਜਿਹੜਾ ਆਸਰਾ ਯਾਨੀ ਆਤਮਾ ਹੈ, ਉਹਨੂੰ ਪਵਨ ਕਿੱਥੋਂ ਰਸ ਖਾਂਦੀ ਹੈ, ਉਹਦਾ ਆਸਰਾ ਪਵਨ ਕਹਿੰਦੇ ਹੋ ਤੁਸੀਂ। ਮਨ ਕਾ ਜਿਉ ਪਵਨ ਕਥਿਅਲੇ, ਉਹਨਾਂ ਦਾ ਆਪਣਾ ਸਵਾਲ ਹੈ ਵੀ ਮਨ ਦਾ ਜਿਉ ਹੈ ਜਿਹੜਾ ਉਹ ਪਵਨ ਦੇ ਆਸਰੇ 'ਚ ਰਹਿੰਦਾ ਹੈ। ਸੋਲ, ਆਤਮਾ ਔਰ ਮਨ ਇਹ ਪੌਣ ਦੇ ਆਸਰੇ ਨਾਲ ਜਿਉਂਦੇ। ਜੋਗੀ ਇਹ ਕਹਿ ਰਹੇ ਵੀ ਪਵਨ ਹੈ ਜਿਹੜੀ ਫਿਰ ਸਵਾਸ, ਉਹਨੂੰ ਰਸ ਕਿੱਥੋਂ ਆ ਰਿਹਾ, ਉਹ ਕਿਹਦੇ ਆਸਰੇ ਹੈ। ਤੋ ਗੁਰੂ ਸਾਹਿਬ ਦਾ ਜਵਾਬ ਇਹ ਹੈ, ਬਿਨ ਸ਼ਬਦ ਹੈ ਰਸ ਨਾ ਆਵੇ ਔਦੂ, ਹਉਮੈ ਪਿਆਸ ਨਾ ਜਾਈ। ਸ਼ਬਦ ਤੋਂ ਬਿਨਾਂ, ਗੁਰੂ ਦੇ ਸ਼ਬਦ ਤੋਂ ਬਿਨਾਂ ਰਸ ਨਹੀਂ ਆ ਸਕਦਾ, ਔਰ ਹਉਮੈ ਟੁੱਟੇ ਬਿਨਾਂ ਪਿਆਸ ਨਹੀਂ ਜਾ ਸਕਦੀ ਬੰਦੇ ਦੀ, ਭੁੱਖਾ ਹੀ ਰਹੇਗਾ, ਥਿਆ ਹੀ ਰਹੇਗਾ। ਅਗਲਾ ਸਵਾਲ, ਗਿਆਨ ਕੀ ਮੁਦਰਾ ਕਵਨ ਔਦੂ, ਸਿੱਧ ਕੀ ਕਵਨ ਕਮਾਈ। ਕਿਹੜੀ ਮੁਦਰਾ ਹੈ, ਕਿਸ ਪੋਜੀਸ਼ਨ ਦੇ ਵਿੱਚ ਗਿਆਨ ਪ੍ਰਾਪਤ ਹੁੰਦਾ, ਕਿਉਂਕਿ ਸਿੱਧ ਮੁਦਰਾ ਕਰਦੇ ਸੀਗੇ, ਆਸਣ ਕਰਦੇ ਸੀਗੇ, ਮੁਦਰਾ ਆਸਣ ਨੂੰ ਕਹਿੰਦੇ। ਇਹ ਮੁਦਰਾ ਸ਼ਬਦ ਵੈਸੇ ਮੁੰਦਰਾ ਖਾਤਰ ਵੀ ਆਇਆ ਹੋਇਆ ਸਿੱਧ ਗੋਸ਼ਟ ਵਿੱਚ, ਔਰ ਬਾਕੀ ਬਾਣੀ 'ਚ ਉੱਥੇ ਬਿੰਦੀ ਲਗਾ ਕੇ ਬੋਲਣਾ ਪੈਂਦਾ, ਪਰ ਇੱਥੇ ਇਹਦਾ ਮਤਲਬ ਹੈਗਾ ਆਸਣ। ਗਿਆਨ ਕੀ ਮੁਦਰਾ ਕਵਨ ਔਦੂ, ਸਿੱਧ ਕੀ ਕਵਨ ਕਮਾਈ। ਦੱਸੋ ਕਿਹੜੀ ਕਮਾਈ ਹੈ ਸਿੱਧਾਂ ਦੀ ਤੁਹਾਡੇ ਮੁਤਾਬਕ, ਔਰ ਕਿਹੜਾ ਆਸਣ ਹੈ ਰੱਬ ਨੂੰ ਪ੍ਰਾਪਤ ਕਰਨ ਦਾ। ਜਵਾਬ ਇਹ ਹੈ, ਅੰਤਰ ਸ਼ਬਦ ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ। ਗੁਰੂ ਬਾਬੇ ਫਰਮਾ ਰਹੇ ਹੈ ਵੀ ਅੰਦਰ ਸ਼ਬਦ ਨਿਰੰਤਰ, ਸ਼ਬਦ ਦੇ ਨਾਲ ਜੁੜੇ ਰਹਿਣਾ, ਨਾਮ ਨਾਲ, ਇਹਦੇ ਨਾਲ ਹਉਮੈ ਔਰ ਮਮਤਾ ਦੋਹੇ ਦੂਰ ਕਰੀਆਂ ਅਸੀਂ, ਤਾਂ ਰੱਬ ਦੀ ਪ੍ਰਾਪਤੀ ਹੋਈ ਹੈ। ਸਿੱਧ ਕੋ ਹੋਣਾ ਚਾਹੁੰਦੇ ਸੀਗੇ ਬਈ ਤੁਸੀਂ ਕੋਈ ਦੱਸੋ ਵੀ ਕਿਹੜੇ ਆਸਣ ਨਾਲ ਰੱਬ ਮਿਲਦਾ। ਆਸਣ ਕੋਈ ਨਹੀਂ ਹੈ, ਇਹ ਸਭ ਦੁਨੀਆਦਾਰੀ ਹੈ, ਪਾਖੰਡ ਹੈ। ਰੱਬ ਦਾ ਆਸਣ ਇਹੀ ਹੈ ਵੀ ਉਹਨੂੰ ਸਹਿਜ ਦੇ ਵਿੱਚ ਧਿਆਨ ਟਿਕਾ ਕੇ ਨਾਮ ਦੇ ਵਿੱਚ ਜੁੜੋ, ਬਾਣੀ ਪੜ੍ਹੋ, ਵਿਚਾਰੋ, ਬੁੱਝੋ, ਇਹੀ ਆਸਣ ਹੈ ਗੁਰਬਾਣੀ ਦਾ। ਜਿਹੜੇ ਹੋਰ ਸਰੀਰਕ ਆਸਣ ਕੋਈ ਵੀ ਹੈ, ਉਹਦੀ ਕੋਈ ਮਾਨਤਾ ਗੁਰਬਾਣੀ ਨੇ ਨਹੀਂ ਕਰੀ। ਅਗਲਾ ਸਵਾਲ, ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨਸ ਜਾਈ। ਇਹ ਗੁਰੂ ਨਾਨਕ ਪਾਤਸ਼ਾਹ ਇਹ ਦੱਸੋ ਵੀ ਕਿਹੜੇ ਕਿਹੜੀ ਵਿਧੀ ਨਾਲ ਜੱਗ ਪੈਦਾ ਹੁੰਦਾ, ਔਰ ਕਿਸ ਕਿਸ ਦੁੱਖ ਕਰਕੇ ਜੱਗ ਬਿਨਸ ਜਾਂਦਾ ਹੈ। ਤੋ ਜਵਾਬ ਇਹ ਹੈ ਪਾਤਸ਼ਾਹਾਂ ਦਾ, ਹਉਮੈ ਵਿੱਚ ਜੱਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਸਭ ਜੱਗ ਹਉਮੈ 'ਚ ਪੈਦਾ ਹੁੰਦਾ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਸਭ ਕੁਛ ਹਉਮੈ 'ਚ ਹੈ।
ਹਉ ਵਿੱਚ ਨਰਕ ਸੁਰਗ ਅਵਤਾਰ, ਸਭ ਕੁਛ ਹਉਮੈ 'ਚ ਹੈ। ਹਉਮੈ ਵਿੱਚ ਜਗ ਉਪਜੈ ਪੁਰਖਾ। ਹਉਮੈ ਦੇ ਵਿੱਚ ਜਗਤ ਦੀ ਉਤਪਤੀ ਹੁੰਦੀ ਹੈ। ਜੇ ਨਾਮ ਵਿਸਾਰ ਦੇਵੇ ਤਾਂ ਦੁੱਖ ਪਾਉਂਦਾ, ਨਾਮ ਵਿਸਰਿਆ ਦੁੱਖ ਪਾਈ। ਬੜੇ ਸੌਖੇ ਔਰ ਸਰਲ ਜਵਾਬ ਹੈ, ਪਰ ਜਵਾਬ ਦਿੱਤੇ ਹੋਏ ਸਿੱਧਾਂ ਦੀ ਭਾਸ਼ਾ 'ਚ, ਕਿਉਂਕਿ ਉਹਨਾਂ ਨੇ ਇੱਦਾਂ ਸਮਝਣਾ ਸੀ, ਤਾਂ ਸਾਨੂੰ ਕਨਫਿਊਜ਼ਨ ਹੁੰਦੀ ਹੈ। ਬਹੁਤ ਸਰਲਤਾ ਵਿੱਚ ਹੈ, ਕੋਈ ਕੰਪਲੈਕਸਿਟੀ ਨਹੀਂ ਹੈ। ਔਰ ਜੋਗੀਆਂ ਨੂੰ ਕਿਹਾ ਵੀ ਜੋਗੀਓ, ਬਿਨ ਨਾਮੈ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰ। ਇਹ ਜਿਹੜਾ ਤੁਸੀਂ ਜੋਗ ਬਣਾਈ ਫਿਰਦੇ ਆ ਨਾ, ਸੁਆਹ ਮਲੀ ਫਿਰਦੇ ਆ ਔਰ ਬਾਹਰਲਾ ਗਿਆਨ ਇਕੱਠਾ ਕਰੀ ਫਿਰਦੇ ਆ, ਇਹ ਨਾਮ ਤੋਂ ਬਿਨਾਂ ਜੋਗ ਨਹੀਂ ਹੁੰਦਾ ਕਦੇ ਵੀ। ਵਿਚਾਰ ਕੇ ਦੇਖੋ ਆਪਣੇ ਹਿਰਦੇ 'ਚ ਇਸ ਗੱਲ ਨੂੰ। ਤੋ ਬਾਬਿਆਂ ਦਾ ਮਤ ਨਾਮ ਹੈ, ਸਿੱਧਾਂ ਦੇ ਮਤ ਹੋਰ ਸੀ ਆਸਣ ਕਰਨੇ। ਅੰਤਰ ਸ਼ਬਦ ਨਿਰੰਤਰ ਮੁਦਰਾ, ਹਉਮੈ ਮਮਤਾ ਦੂਰ ਕਰੀ। ਇਹ ਚਲੋ ਇਹ ਤਾਂ ਆ ਲਿਆ। ਤੋ ਸਾਧ ਸੰਗਤ ਜੀਓ, ਫਿਰ ਹੋਰ ਵੀ ਸਵਾਲ ਤਾਂ ਬਹੁਤ ਜ਼ਿਆਦਾ ਕਰੇ ਹੋਏ ਆ, ਆਪਾਂ ਤਾਂ ਮੋਟੇ ਮੋਟੇ ਸਵਾਲ ਲੈ ਰਹੇ ਜਿਹਦੇ ਨਾਲ ਆਪਣੀ ਸਮਝ ਸਹੀ ਹੋ ਜਾਏ, ਤਾਂ ਕਿ ਆਪਾਂ ਨੂੰ ਵੀ ਗੁਰਮਤਿ ਦੀ ਸੋਝੀ ਹੋ ਜਾਏ। ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰ। ਚਰਪਟ ਬੋਲੇ ਅਵਧੂ ਨਾਨਕ, ਦੇ ਸੱਚਾ ਵਿਚਾਰ। ਚਰਪਟ ਇੱਕ ਸਿੱਧ ਸੀਗਾ, ਉਹ ਕਹਿ ਰਿਹਾ ਹੈ ਵੀ ਦੁਨੀਆ ਤਾਂ ਦੁੱਤਰ ਹੈ, ਯਾਨੀ ਤਰੀ ਨਹੀਂ ਜਾ ਸਕਦੀ। ਦੁਨੀਆ ਵਾਲਾ ਜਿਹੜਾ ਸਾਗਰ ਹੈ, ਭਵ ਸਾਗਰ, ਇਹ ਤੇ ਪਾਰ ਕਿਵੇਂ ਜਾਈਏ। ਵੀ ਇਹ ਨਾਨਕ ਸਾਨੂੰ ਇਹ ਵਿਚਾਰ ਦੇ ਵੀ ਕਿੱਕਣ ਜਾਈਏ। ਤੋ ਉਹਦਾ ਜਵਾਬ ਇਹੀ ਸੀਗਾ ਵੀ ਜੈਸੇ ਜਲ ਮੈਂ ਕਮਲ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਨੇ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਦ ਮੂਲ ਆਹਾਰੋ ਖਾਈਏ, ਅਵਧੂ ਬੋਲੇ ਗਿਆਨੇ। ਸਿੱਧ ਕਹਿ ਰਹੇ ਹੈ ਅਸੀਂ ਹਾਟੀ ਬਾਟੀ ਤੋਂ ਦੂਰ ਰਹਿੰਦੇ ਹਾਂ, ਰਸਤਿਆਂ ਤੋਂ ਸ਼ਹਿਰਾਂ ਤੋਂ ਦੂਰ ਰਹਿੰਦੇ ਹਾਂ, ਰੁੱਖਾਂ ਪਰ ਬਿਰਖਾਂ ਪਰ ਜੰਗਲਾਂ ਵਿੱਚ ਰਹਿੰਦੇ ਹਾਂ, ਔਰ ਕੰਦ ਮੂਲ ਦਾ ਆਹਾਰ ਕਰਦੇ ਹਾਂ, ਜੜੀਆਂ ਬੂਟੀਆਂ ਖਾ ਕੇ ਫਲ ਖਾ ਕੇ ਗੁਜ਼ਾਰਾ ਕਰਦੇ ਹਾਂ। ਦੱਸੋ ਫਿਰ ਅਵਧੂ ਬੋਲੇ ਗਿਆਨੇ, ਦੱਸੋ ਗਿਆਨ ਦਿਓ ਫਿਰ ਵੀ ਇਹ ਕਿਆ ਚੀਜ਼ ਹੈ। ਤੋ ਗੁਰੂ ਸਾਹਿਬ ਫਰਮਾਉਂਦੇ ਹੈ ਹਾਟੀ ਬਾਟੀ ਨੀਂਦ ਨਾ ਆਵੇ, ਪਰ ਘਰ ਚਿੱਤ ਨਾ ਡੁਲਾਈ। ਬਿਨ ਨਾਵੇ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਉਹ ਸਿੱਧੋ ਤੁਸੀਂ ਹਾਟੀ ਬਾਟੀ ਕਹਿੰਦੇ ਅਸੀਂ ਦੂਰ ਰਹਿੰਦੇ, ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਜਿਹੜੀ ਇਹ ਨੀਂਦ ਆਈ ਹੋਈ ਹੈ ਨਾ, ਹਉਮੈ ਦੀ, ਮਮਤਾ ਦੀ ਔਰ ਦੂਜੇ ਭਉ ਦੀ, ਇਹ ਹੈ ਵੀ ਹੱਟੀ ਬਾਟੀ ਤੋਂ ਦੂਰ ਰਹਿਣਾ। ਤੁਸੀਂ ਤਾਂ ਇਹਦਾ ਆਖਰੀ ਅਰਥ ਲੈ ਲਿਆ ਵੀ ਸੰਸਾਰ ਤੋਂ ਦੂਰ ਰਹਿੰਦੇ ਅਸੀਂ। ਭਾਈ ਸੰਸਾਰ ਤੋਂ ਦੂਰ ਨਹੀਂ ਜਾਣਾ, ਇਹਦੇ ਵਿੱਚ ਰਹਿਣਾ ਹੈ। ਹਾਟੀ ਬਾਟੀ ਦੇ ਵਿੱਚ ਰਹਿ ਕੇ ਕਰਨਾ ਜੋ ਵੀ ਕਰਨਾ। ਤੁਸੀਂ ਕਹਿੰਦੇ ਅਸੀਂ ਇਹ ਤੋਂ ਦੂਰ ਰਹਿੰਦੇ ਹਾਂ। ਔਰ ਬਿਨ ਨਾਮੈ ਮਨ ਟੇਕ ਨਾ ਟਿਕੇ, ਨਾਮ ਤੋਂ ਬਿਨਾਂ ਮਨ ਨੇ ਨਹੀਂ ਖੜਨਾ। ਜੇ ਤੁਸੀਂ ਕਹੋ ਵੀ ਅਸੀਂ ਕੰਦ ਮੂਲ ਖਾ ਕੇ ਆਹਾਰ ਕਰਕੇ ਆਪਣੇ ਮਨ ਨੂੰ ਟਿਕਾ ਲੂੰਗੇ, ਭੁੱਖ ਸਾਡੀ ਮਿਟ ਜੂਗੀ, ਨਹੀਂ ਜਾਣੀ ਹੈ ਭੁੱਖ ਇਸ ਤਰ੍ਹਾਂ। ਨਾਮ ਤੋਂ ਬਿਨਾਂ ਨਹੀਂ ਭੁੱਖ ਜਾਣੀ। ਦੇਖੋ ਕਿੰਨੇ ਸੌਖੇ ਔਰ ਸਰਲ ਜਵਾਬ ਹੈ। ਇੱਕ ਸਵਾਲ ਹੋਰ ਕਰਿਆ ਸਿੱਧਾ ਨੇ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਹੇ ਗੁਰੂ ਨਾਨਕ ਪਾਤਸ਼ਾਹ, ਮੈਣ ਕੇ ਦੰਤ ਕਿਉਂ ਖਾਈਐ ਸਾਰ, ਮੋਮ ਦੇ ਦੰਦਾਂ ਨਾਲ ਕਿੱਕਣ ਲੋਹਾ ਚੱਬੀਏ। ਔਰ ਜਿਤ ਗਰਭ ਜਾਏ ਸੋ ਕਵਣ ਆਹਾਰ, ਕਿਹੜਾ ਖਾਣਾ ਖਾਈਏ, ਕਿਹੜਾ ਆਹਾਰ ਕਰੀਏ ਵੀ ਸਾਡਾ ਹੰਕਾਰ ਚਲੇ ਜਾਵੇ। ਦੇਖੋ ਸਵਾਲਾਂ ਤੋਂ ਹੀ ਪਤਾ ਚੱਲਦਾ ਵੀ ਕਿਵੇਂ ਸੋਚ ਰਹੇ ਸੀ ਸਿੱਧ। ਸਿੱਧ ਸੋਚਦੇ ਸੀ ਵੀ ਕੋਈ ਖਾਸ ਖਾਣਾ ਖਾ ਕੇ, ਕੰਦ ਮੂਲ ਜੜ੍ਹਾਂ ਬੂਟੀਆਂ ਖਾ ਕੇ ਵੀ ਸਾਡਾ ਹੰਕਾਰ ਚਲੇ ਜਾਊਗਾ। ਬਾਬਿਆਂ ਦਾ ਮਤ ਹੈ ਵੀ ਸੰਗਤ ਵਿੱਚ ਆਉਣਾ ਪਊਗਾ, ਗੁਰੂ ਦੇ ਨਾਲ ਜੁੜਨਾ ਪਊਗਾ, ਉਹਨਾਂ ਦੀ ਗੱਲ ਮੰਨਣੀ ਪਊਗੀ, ਫੇਰ ਜਾਊਗਾ ਹੰਕਾਰ। ਖਾਣੇ ਖਾਣ ਨਾਲ ਨਹੀਂ ਕਿਸੇ ਨਾਲ ਵੀ ਹੰਕਾਰ ਨੇ ਜਾਣਾ ਹੈ, ਸਗੋਂ ਹੋਰ ਵਧੂਗਾ। ਤੋ ਮੋਮ ਦੇ ਦੰਦਾਂ ਨਾਲ ਕਿੱਕਣ ਲੋਹਾ ਚੱਬੀਏ। ਤੋ ਗੁਰੂ ਸਾਹਿਬ ਫਰਮਾਉਂਦੇ ਤ੍ਰੈ ਗੁਣ ਮੇਟੇ ਖਾਈਐ ਸਾਰ, ਰਜੋ ਸਤੋ ਤਮੋ ਨੂੰ ਖਤਮ ਕਰੋ, ਲੋਹੇ ਨੇ ਆਪੇ ਚੱਬਿਆ ਜਾਣਾ। ਲੋਹਾ ਚੱਬਣ ਦਾ ਮਤਲਬ ਇਹੀ ਹੈ ਵੀ ਜਿਹੜਾ ਇਹੋ ਜਿਹਾ ਔਖਾ ਕੰਮ ਹੈ ਸੰਸਾਰ ਨੂੰ ਪਾਰ ਜਾਣ ਵਾਲਾ, ਇਹ ਲੋਹਾ ਚਬਾਉਣ ਦੇ ਸਮਾਨ ਹੈ। ਤੋ ਜੇ ਤੁਸੀਂ ਸ਼ਬਦ ਨੂੰ ਕਮਾਉਂਗੇ, ਸ਼ਬਦ ਕਮਾਈਏ ਖਾਈਏ ਸਾਰ, ਸ਼ਬਦ ਨੂੰ ਕਮਾਉਂਗੇ ਤਾਂ ਇਹ ਲੋਹੇ ਨੇ ਵੀ ਚੱਬ ਹੋ ਜਾਣਾ, ਖਾ ਹੋ ਜਾਣਾ, ਫਿਰ ਨਹੀਂ ਇਹਨੇ ਖਾ ਹੋਣਾ। ਅਗਲਾ ਸਵਾਲ, ਕਿਤ ਬਿਦ ਆਸਾ ਮਨਸਾ ਜਾਈ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ। ਕਿਹੜੀ ਵਿਧੀ ਦੇ ਨਾਲ ਆਸ਼ਾ ਔਰ ਮਨਸਾ ਮਨ ਚੋਂ ਨਿਕਲੇ।
ਕਿਹੜੀ ਵਿਧੀ ਨਾਲ ਪਰਮਾਤਮਾ ਦੀ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਤੁਸੀਂ ਕਹਿ ਰਹੇ ਹੋ ਨਾਮ ਵਾਲੀ ਜੋਤ, ਉਹ ਕਿੱਕਣ ਪ੍ਰਗਟ ਹੋਵੇ ਅੰਦਰ। ਤੋ ਬਾਬਿਆਂ ਦਾ ਜਵਾਬ ਸੁਣੋ। ਮਨਸਾ ਆਸਾ ਸ਼ਬਦ ਜਲਾਈ, ਸ਼ਬਦ ਦੇ ਰਾਹੀਂ ਜਾਲੋ ਇਹਨੂੰ। ਗੁਰਬਾਣੀ ਪੜ੍ਹੋ, ਵਿਚਾਰੋ, ਸੁਣੋ ਗੁਰੂ ਦਾ ਸ਼ਬਦ, ਫੇਰ ਜਾਊਗੀ ਇਹ ਆਸਾ ਮਨਸਾ। ਨਹੀਂ ਜਾਣੀ, ਖਾ ਪੀ ਕੇ ਨਹੀਂ ਜਾਣੀ, ਭਾਵੇਂ ਜਮਾਂ ਹੀ ਸਾਦੇ ਹੋ ਕੇ ਰਹਿ ਜਾਓ, ਆਸਟੈਰਿਟੀ ਮੇਜਰ ਲਈ ਜਾਓ, ਇਹਨੇ ਨਹੀਂ ਜਾਣਾ ਹੈ। ਜਿਹੜਾ ਮਰਜ਼ੀ ਆਸਣ ਕਰੀ ਜਾਓ, ਇਹਨੇ ਨਹੀਂ ਜਾਣਾ ਹੈ। ਕੇਵਲ ਸ਼ਬਦ ਨਾਲ ਜਾਓ। ਗੱਲਾਂ ਹੀ ਦੋ ਤਿੰਨ ਨੇ ਗੁਰਬਾਣੀ ਦੀਆਂ, ਸ਼ਬਦ ਨਾਲ ਜੁੜ ਜਾਓ, ਸਤਿਗੁਰੂ ਨਾਲ ਜੁੜ ਜਾਓ, ਸੰਗਤ ਵਿੱਚ ਆ ਜਾਓ, ਨਾਮ ਪ੍ਰਾਪਤੀ ਹੋ ਜਾਊਗੀ। ਨਹੀਂ ਜੋ ਮਰਜ਼ੀ ਕਰੀ ਜਾਓ, ਸਾਰਾ ਹੀ ਪਾਖੰਡ ਹੈ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਕਿਸ ਕਾਰਨ ਕਰਕੇ ਘਰ ਛੱਡਿਆ ਤੈਂ ਹੇ ਸਤਿਗੁਰੂ ਜੀਓ, ਔਰ ਕਿਸ ਕਾਰਨ ਕਰਕੇ ਭੇਖ ਲਿਆ। ਜੇ ਤੂੰ ਕਹਿਣਾ ਵੀ ਸਾਦਗੀ ਰਹਿਣਾ, ਘਰ ਦੇ ਵਿੱਚ ਰਹਿਣਾ, ਤਾਂ ਜਵਾਬ ਸਤਿਗੁਰੂ ਦਾ ਬਹੁਤ ਸਾਦਾ ਸੀਗਾ। ਗੁਰਮੁਖ ਖੋਜਤ ਭਇਓ ਉਦਾਸੀ, ਦਰਸ਼ਨ ਕੈ ਤਾਂ ਹੀ ਭੇਖ ਨਿਵਾਸੀ। ਅਸੀਂ ਗੁਰਮੁਖਾਂ ਦੀ ਖੋਜ ਵਿੱਚ ਨਿਕਲੇ ਸੀਗੇ, ਜਿਹੜੀਆਂ ਉਹਨਾਂ ਨੇ ਉਦਾਸੀਆਂ ਕਰੀਆਂ, ਯਾਤਰਾਵਾਂ ਕਰੀਆਂ, ਤਾਂ ਕਿ ਲਿਬਾਸ ਨੂੰ ਦੇਖ ਕੇ ਬੰਦਾ ਪ੍ਰਭਾਵਿਤ ਹੁੰਦਾ ਵੀ ਹਾਂ ਇਹ ਵੀ ਸਾਡੇ ਵਰਗਾ। ਫਿਰ ਉਹ ਚਰਚਾ ਹੋ ਜਾਂਦੀ, ਉਹਦੇ ਨਾਲ ਪਤਾ ਲੱਗ ਜਾਂਦਾ ਬੰਦੇ ਨੂੰ। ਔਰ ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰਨ ਖਾਤਰ ਅਸੀਂ ਫਿਰ ਇਹ ਭੇਖ ਬਣਾਇਆ ਸੀ। ਸੋ ਸਵਾਲ ਜਵਾਬ ਗੁਰੂ ਸਾਹਿਬ ਦੇ ਨਾਲ ਸਿੱਧਾਂ ਨੇ ਬਹੁਤ ਕਰੇ, ਕਿਉਂਕਿ ਲੰਬੀ ਬਾਣੀ ਹੈ ਕਾਫੀ, ਪਰ ਨਿਚੋੜ ਆਪਾਂ ਅੱਜ ਥੋੜ੍ਹਾ ਜਿਹਾ ਕੋਸ਼ਿਸ਼ ਕਰੀਏ ਡਿਸਕਸ ਕਰਨ ਦੀ। ਔਰ ਇਹਦੇ ਵਿੱਚ ਪਿੱਛੇ ਜਾ ਕੇ ਆਉਂਦਾ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਂਟੇ ਮੁਕਤ ਨਾ ਕੋਈ, ਬਿਨ ਸਤਿਗੁਰ ਭੇਂਟੇ ਨਾਮ ਪਾਇਆ ਨਾ ਜਾਏ। ਇਹੀ ਗੱਲਾਂ, ਇਹ ਜਿਹੜੀ ਇਹ ਵਿਚਾਰ ਹੈ, ਜਿਹੜਾ ਤੱਤ ਹੈ ਗੁਰਬਾਣੀ ਦਾ। ਆ ਜਿਹੜਾ ਉਹ ਸੁਆਹ ਮਲ ਕੇ ਆ ਜੋਗ ਲੈਂਦੇ ਸੀ, ਮੁੰਦਰਾਂ ਪਾਉਂਦੇ ਸੀ, ਡੰਡਾ ਹੱਥ 'ਚ ਰੱਖਦੇ ਸੀ 3 ਪੋਰੀਆਂ ਵਾਲਾ, ਔਰ ਉਹਨਾਂ ਦੀ ਜਿਹੜੀ ਮੱਤ ਸੀਗੀ ਉਹ ਸਾਰੇ ਦਾ ਹੀ ਖੰਡਨ ਕਰਿਆ ਵਾ ਬਾਬਿਆਂ ਨੇ, ਪਰ ਤਰੀਕੇ ਨਾਲ ਕਰਿਆ, ਉਹਨਾਂ ਦੇ ਹੀ ਸ਼ਬਦ ਵਰਤੇ ਤਾਂ ਕਿ ਉਹਨਾਂ ਨੂੰ ਸਮਝ ਆ ਜਾਏ ਗੱਲ ਦੀ। ਸਾਨੂੰ ਉਹ ਸ਼ਬਦ ਵਰਤਣੇ ਕਰਕੇ ਐਂ ਲੱਗੀ ਜਾਂਦਾ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਪ੍ਰੋੜਤਾ ਕਰਦੇ ਨਾਭ ਪਵਨ ਦੀ। ਉਹ ਨਹੀਂ ਭਾਈ, ਨਾਭ ਪਵਨ ਦੀ ਕੋਈ ਪ੍ਰੋੜਤਾ ਨਹੀਂ ਗੁਰੂ ਨਾਨਕ ਸਾਹਿਬ ਕਰ ਰਹੇ। ਉਹ ਤਾਂ ਸੁੰਨ ਦੀ ਪਰਮਾਤਮਾ ਦੀ ਪ੍ਰੋੜਤਾ ਕਰ ਰਹੇ, ਨਾਮ ਦੀ ਪ੍ਰੋੜਤਾ ਕਰ ਰਹੇ। ਤੋ ਸਾਧ ਸੰਗਤ ਜੀਓ, ਵਿਚਾਰ ਕਰਦਿਆਂ ਬਹੁਤ ਵਾਰੀ ਕੋਈ ਸ਼ਬਦ ਨਿਕਲ ਜਾਂਦਾ ਐਸਾ ਜਿਹੜਾ ਸਹੀ ਨਾ ਹੋਵੇ, ਵਾਜਬ ਨਾ ਹੋਵੇ, ਜਿਹਨੂੰ ਆਪਾਂ ਅਪਸ਼ਬਦ ਵੀ ਕਹਿ ਦਿੰਦੇ ਹਾਂ, ਉਹਦੀ ਤਾਂ ਫਿਰ ਖਿਮਾ ਹੀ ਮੰਗੀ ਜਾ ਸਕਦੀ ਹੈ। ਔਰ ਆਪ ਜੀ ਬਖਸ਼ਣ ਹਾਰ ਹੈ, ਦਿਓ, ਬਖਸ਼ ਵੀ ਦਿਓ ਔਰ ਸੀਸ ਵੀ ਦੇ ਦਿਓ ਕੋਈ। ਅੰਤ ਵਿੱਚ ਇਹ ਗੱਲ ਕਹਿੰਦੇ ਹੋਏ ਵੀ ਸ਼ਬਦ ਕਮਾਈਐ ਖਾਈਐ ਸਾਰ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਏ ਵਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਂਹ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਂਹ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਿਕਾਰਯੋਗ ਧੰਨਤਾ ਦਿਓ ਸਾਰੇ ਗਰੁੱਪ ਮੈਂਬਰ ਸਾਹਿਬਾਨ, ਬਾਹਰ ਗਰੁੱਪ ਤੋਂ ਬਾਹਰ ਵੀ ਬੈਠੀ ਸਾਰੀ ਸਾਧ ਸੰਗਤ ਜੀਓ ਅਤੇ ਗੁਰੂ ਖਾਲਸਾ ਜੀਓ। ਆਪਣੀ ਤੁੱਛ ਬੁੱਧੀ ਅਨੁਸਾਰ ਸਵਈਆ ਅਤੇ ਦੋਹਰਾ ਦੀ ਵਿਆਖਿਆ ਹਾਜ਼ਰ ਹੈ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਦਸ਼ਮੇਸ਼ ਜੀ ਦੇ ਬਚਨ ਹੈ। ਜਦ ਤੇ ਹੇ ਵਾਹਿਗੁਰੂ ਜੀਓ, ਮੈਂ ਤੁਹਾਡੇ ਚਰਨ ਪਕੜੇ, ਗਹੇ ਮੈਨੇ ਪਕੜਨਾ। ਜਦ ਤੇ ਮੈਂ ਤੁਹਾਡੇ ਚਰਨ ਪਕੜੇ, ਯਾਨੀ ਮੈਂ ਤੁਹਾਡਾ ਹੋਇਆ, ਮੈਂ ਇੱਕ ਤੇ ਖੜਿਆ। ਤਬ ਤੇ ਕਉ ਆਂਖ ਤਰੇ ਨਹੀਂ ਆਨਿਓ, ਮੈਂ ਕਿਸੇ ਨੂੰ ਆਪਣੀ ਅੱਖ ਦੇ ਹੇਠ ਨਹੀਂ ਜਾਂਦਾ। ਤਰੇ ਮੈਨੇ ਤਲੇ, ਅੱਖ ਦੇ ਹੇਠ। ਮੇਰੇ ਵਾਸਤੇ ਬਸ ਇੱਕ ਤੁਸੀਂ ਹੈ, ਕੇਵਲ ਤੁਸੀਂ ਹੈ।
ਵਾਹਿਦ ਤੁਸੀਂ ਹੈ, ਯੂ ਐਂਡ ਓਨਲੀ ਯੂ। ਮੈਂ ਨਹੀਂ ਹੋਰ ਕਿਸੇ ਨੂੰ ਵੀ ਮੰਨਦਾ। ਪਾਤਸ਼ਾਹ ਫਰਮਾਉਂਦੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਰਾਮ ਰਹੀਮ ਮੁਹੰਮਦ ਸਾਹਿਬ, ਕੁਰਾਨ ਔਰ ਕੁਰਾਨ ਧਾਰਮਿਕ ਗ੍ਰੰਥ ਪਵਿੱਤਰ, ਅਨੇਕ ਕਹੈ ਮਤ ਏਕ ਨਾ ਮਾਨਿਓ। ਬਹੁਤ ਕਿਸਮ ਦੇ ਮਤ ਹੈ, ਪਰ ਮੈਂ ਇੱਕ ਨੂੰ ਵੀ ਨਹੀਂ ਮੰਨਦਾ ਹੁਣ ਕਿਸੇ ਨੂੰ, ਮੈਂ ਤਾਂ ਸਿਰਫ ਤੈਨੂੰ ਮੰਨਦਾ। ਇਹ ਹੈ ਗੁਰਮਤਿ ਦਾ ਜਿਹੜਾ ਥਾਟ ਹੈ, ਜਿਹੜੀ ਵਨਨੈਸ ਦੀ ਗੱਲ ਹੈ, ਏਕੇ ਦੀ ਗੱਲ ਹੈ। ਬੇਸ਼ੱਕ ਅਸੀਂ ਸਮਾਜਿਕ ਤਾਣੇ ਬਾਣੇ ਦੇ ਅਧੀਨ ਹੋਰ ਹੋਰ ਗੱਲਾਂ ਕਰ ਲੈਂਦੇ ਹਾਂ, ਪਰ ਅਸਲੀ ਜਿਹੜਾ ਗੁਰਮਤਿ ਦਾ ਥਾਟ ਹੈ ਉਹ ਇਹ ਹੈ ਬਈ ਕੇਵਲ ਵਾਹਿਗੁਰੂ ਨੂੰ ਪੂਜਣਾ ਹੈ, ਹੋਰ ਕਿਸੇ ਨੂੰ ਨਹੀਂ ਪੂਜਣਾ। ਗੁਰੂ ਔਰ ਪਰਮਾਤਮਾ, ਇਹਨਾਂ ਤੋਂ ਬਿਨਾਂ ਕਿਸੇ ਨੂੰ ਅੱਖ ਹੇਠ ਨਹੀਂ ਲਿਆਉਣਾ। ਇਹ ਗੱਲ ਗੁਰੂ ਸਾਹਿਬ ਫਰਮਾ ਰਹੇ ਨੇ ਦਸ਼ਮੇਸ਼ ਜੀ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਮੈਂ ਨਹੀਂ ਕਹਿੰਦੇ ਕਿਸੇ ਨੂੰ ਵੀ ਹੁਣ ਮੰਨਦਾ ਹੈ, ਮੈਂ ਤਾਂ ਬਸ ਤੇਰਾ ਹੋ ਗਿਆ। ਜਿਵੇਂ ਅਰਜਨ ਨੂੰ ਚਿੜੀ ਦੀ ਅੱਖ ਦਿਖਦੀ ਸੀ ਨਾ, ਬਿਲਕੁਲ ਉਸੇ ਤਰ੍ਹਾਂ ਪਾਤਸ਼ਾਹ ਫਰਮਾਉਂਦੇ ਆ ਵੀ ਮੈਨੂੰ ਤਾਂ ਹੁਣ ਤੂੰ ਹੀ ਦਿਖਦਾ, ਤੇਰੇ ਬਿਨਾਂ ਮੈਂ ਨਹੀਂ ਕਿਸੇ ਨੂੰ ਪਰ ਵੀ ਆਪਣਾ ਮਨ ਲਿਆਉਂਦਾ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸਿਮਰਤੀਆਂ ਸ਼ਾਸਤਰ ਵੇਦ ਸਾਰਿਆਂ ਨੇ ਬਹੁਤ ਬਹੁਤ ਬਾਤਾਂ ਕਹੀਆਂ ਹੋਈਆਂ, ਬੜੇ ਭੇਦ ਹੈ ਉਹਨਾਂ 'ਚ, ਪਰ ਪਾਤਸ਼ਾਹ ਫਰਮਾਉਂਦੇ ਵੀ ਮੈਂ ਇੱਕ ਨਹੀਂ ਜਾਣੀ। ਮੈਂ ਨਹੀਂ ਹੁਣ ਕਿਸੇ ਨੂੰ ਵੀ ਜਾਣਦਾ ਤੇਰੇ ਤੋਂ ਬਿਨਾਂ। ਵਾਹਿਦ ਯੂ, ਕੇਵਲ ਤੁਸੀਂ ਹੁਣ ਵਾਹਿਗੁਰੂ ਜੀਓ, ਮੈਂ ਤੁਹਾਡੇ ਉੱਤੇ ਨਿਸ਼ਚਾ ਕਰ ਲਿਆ, ਮੈਂ ਨਹੀਂ ਹੁਣ ਕਿਸੇ ਨੂੰ ਵੀ ਜਾਣਦਾ। ਇਹ ਵਨਨੈਸ ਆਫ ਥਾਟ ਹੈ ਜਿਹੜਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਦਤ ਹੈ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਅਸਪਾਨ ਜਿਹਦੇ ਹੱਥ ਵਿੱਚ ਖੜਗ ਹੋਵੇ, ਹੇ ਵਾਹਿਗੁਰੂ ਜੀਓ, ਹੇ ਸ਼ਕਤੀਸ਼ਾਲੀ ਜੀਓ, ਆਪਣੀ ਕਿਰਪਾ ਕਰ ਦਿਓ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਮੈਂ ਨਹੀਂ ਕੁਝ ਵੀ ਕਹਿ ਰਿਹਾ, ਤੁਸੀਂ ਕੁਹਾਰੇ ਹੋ ਮੇਰੇ ਤੋਂ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ। ਤੁਸੀਂ ਕੁਹਾਰੇ ਹੋ ਮੇਰੇ ਕੋਲੋਂ, ਮੈਂ ਕਹਿ ਰਿਹਾ। ਇਹ ਪਾਤਸ਼ਾਹ ਫਰਮਾ ਰਹੇ, ਮੈਂ ਨਹੀਂ ਬੋਲਣਾ ਜਾਣਦਾ, ਨਾ ਮੈਨੂੰ ਹੋਰ ਕੁਛ ਪਤਾ ਹੈ, ਮੈਨੂੰ ਸਿਵਾਏ ਤੁਹਾਤੋਂ ਹੋਰ ਦੂਜੀ ਗੱਲ ਨਹੀਂ ਕੋਈ ਆਉਂਦੀ। ਦੇਖੋ ਕਿੰਨਾ ਨਿਸ਼ਚਾ ਹੈ ਗੁਰੂ ਸਾਹਿਬ ਦਾ। ਕਿੰਨੇ ਲੱਖ ਦੀ ਫੌਜ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਾਹਮਣੇ ਖੜੀ ਹੈ, ਸਿਰਫ 40 ਭੁੱਖਣ ਭਾਣੇ ਅਣੀਂਦੇ ਥੱਕੇ ਟੁੱਟੇ ਹੋਏ ਪਿਛਲੇ 2 ਦਿਨ ਤੋਂ, ਸਾਹਮਣੇ 10 ਲੱਖ ਦੀ ਫੌਜ ਖੜੀ ਹੈ, ਜਾਂ ਅਣਗਿਣਤ ਫੌਜ ਕਹਿ ਲਓ, ਅਣਗਿਣਤ ਫੌਜ ਖੜੀ ਹੈ। ਫਿਰ ਵੀ ਦੇਖ ਲਓ ਇੱਕ ਪਰ ਨਿਸ਼ਚਾ। ਸ਼ਾਮ ਨੂੰ ਰਹਿਰਾਸ ਸਾਹਿਬ ਵੀ ਕਰਿਆ, ਨਿਤਨੇਮ ਪੂਰਾ ਕਰਿਆ। ਪਹਿਲਾਂ ਸਰਸੇ ਦੇ ਕੰਢੇ ਕਰਿਆ ਸਵੇਰੇ ਨਿਤਨੇਮ, ਔਰ ਸਾਰੀ ਰਾਤ ਜਦੋਂ ਸਿੰਘ ਸੁੱਤੇ ਪਏ ਸੀ, ਉਹ ਘੁੰਮ ਫਿਰ ਕੇ ਸਾਰਿਆਂ ਸਿੰਘਾਂ ਦੇ ਸਾਫੇ ਬੰਨ੍ਹਦੇ ਸੀਗੇ, ਕੇਸ ਖੁੱਲ੍ਹੇ ਹੋਏ ਇਕੱਠੇ ਕਰਦੇ ਸੀਗੇ। ਜਦੋਂ ਕਿਸੇ ਨੂੰ ਗਰਦਨ ਤੋਂ ਚੁੰਮ ਲੈਂਦੇ ਸੀ, ਚੂਮਾ ਕਭੀ ਹਲਕੂਮ ਤੋਂ ਚਿਹਨ ਚੂਮਨੇ ਬੈਠੇ, ਜਬ ਪਾਇੰਤੀ ਆਏ ਤੋਂ ਚਰਨ ਚੂਮਨੇ ਬੈਠੇ। ਕਿਸੇ ਦੀ ਘੰਡੀ ਚੁੰਮਦੇ, ਕਿਸੇ ਦੇ ਚਰਨ ਚੁੰਮਦੇ ਹੈ। ਪਤਾ ਹੈ ਵੀ ਕੱਲ੍ਹ ਨੂੰ ਇਹਨਾਂ ਨੇ ਵਿਛੜ ਜਾਣਾ ਸਦਾ ਵਾਸਤੇ, ਧਰਮ ਦੇ ਨਾਂ ਦੇ ਉੱਤੇ ਸ਼ਹੀਦ ਹੋ ਜਾਣਾ। ਤੋ ਐਸੇ ਗੁਰੂ ਜਿਹਨੇ ਆਪਣੀਆਂ ਅੱਖਾਂ ਦੇ ਸਾਹਮਣੇ, ਨੇਤਰਾਂ ਦੇ ਸਾਹਮਣੇ ਆਪਣੇ ਲਾਲ ਸ਼ਹੀਦ ਕਰਾਏ ਹੋਣ, ਉਹਨਾਂ ਦਾ ਨਿਸ਼ਚਾ ਇੱਕ ਤੋਂ ਬਿਨਾਂ ਦੂਜੇ ਤੇ ਬਿਲਕੁਲ ਨਹੀਂ ਹੈ। ਸਭ ਕੁਛ ਲੁਟਾ ਕੇ, ਆਨੰਦਾਂ ਦੀ ਪੁਰੀ ਲੁਟਾ ਕੇ, ਸਾਹਿਬਜ਼ਾਦੇ ਔਰ ਜਾਨ ਤੋਂ ਪਿਆਰੇ ਸਿੰਘ ਲੁਟਾ ਕੇ, ਤਿੰਨ ਪੰਜ ਪਿਆਰੇ ਲੁਟਾ ਕੇ, ਫਿਰ ਵੀ ਮਾਛੀਵਾੜੇ ਢੀਮ ਦਾ ਸਰਾਣਾ ਲਈ ਪਏ ਹੈ, ਔਰ ਸ਼ੁਕਰ ਕਰ ਰਹੇ ਹਾਂ ਵੀ ਤੇਰੀ ਇਮਾਨਤ ਅਦਾ ਹੋਈ ਹੈ ਮਹਾਰਾਜ। ਇਹ ਹੈ ਉਹ ਜਿਹੜੀ ਗੱਲ ਵਨਨੈਸ ਹੈ, ਜਿਹੜੀ ਸਾਰੀ ਗੁਰਬਾਣੀ 'ਚ ਵਨਨੈਸ ਹੈ। ਅਸੀਂ ਲੋਕ ਉਹਨੂੰ ਡਾਇਲਿਊਟ ਕਰਨ ਲੱਗੇ ਵੇ, ਸਿੱਖ ਖੁਦ ਵੀ ਡਾਇਲਿਊਟ ਕਰਦੇ ਹਾਂ ਸਮਾਜਿਕ ਤਾਣੇ ਬਾਣੇ ਦੇ ਅਧੀਨ। ਸਾਧ ਸੰਗਤ ਜੀਓ, ਜੇ ਗੁਰਬਾਣੀ ਨੂੰ ਪੜ੍ਹਨਾ ਹੈ ਤਾਂ ਇਕਣੇ ਪੜ੍ਹਨਾ ਪਊਗਾ ਜੋ ਵਿੱਚ ਥਾਟ ਹੈ। ਜੇ ਸਮਾਜਿਕ ਤੌਰ ਪਰ ਲਾਭਚਾਰੀਆਂ ਕਰਨੀਆਂ, ਲੋਕਾਚਾਰੀਆਂ ਕਰਨੀਆਂ, ਤਾਂ ਬਾਤ ਹੋਰ ਹੈ। ਜਿਹੜੀ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ, ਔਰ ਅਕਾਲੀ ਦਲ ਆ ਵਿੱਚ, ਹੋਰ ਸਾਰੇ ਜਿੰਨੇ ਸਿਆਸੀ ਨੇਤਾ ਸਾਰੇ ਕਰ ਰਹੇ, ਉਹ ਗੁਰਮਤਿ ਦਾ ਥਾਟ ਨਹੀਂ ਹੈ। ਉਹ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਸਾਰੇ ਦੁਆਰ ਛੱਡ ਕੇ ਮੈਂ ਤੁਹਾਡਾ ਦੁਆਰ ਪਕੜਿਆ, ਗਹਿਓ ਮੈਨੇ ਪਕੜ ਲਿਆ। ਹੇ ਵਾਹਿਗੁਰੂ ਜੀਓ, ਮੈਂ ਤੁਹਾਡਾ ਦਰ ਪਕੜ ਲਿਆ, ਬਾਕੀ ਸਾਰੇ ਦਰ ਛੱਡ ਦਿੱਤੇ। ਕਿਹੜੇ?
ਜਿਹੜੇ ਸੋ ਕਾਲਡ ਸੈਮੀ ਗੋਡਸ, ਦੇਵੀ ਦੇਵਤੇ ਜਾਂ ਹੋਰ ਪੀਰ ਪੈਗੰਬਰ ਅਵਤਾਰ, ਕਹਿੰਦੇ ਮੈਂ ਸਾਰੇ ਛੱਡ ਦਿੱਤੇ ਹੈ। ਮੈਂ ਹੇ ਵਾਹਿਗੁਰੂ ਜੀਓ, ਹੇ ਹਰੀ ਜੀਓ, ਹੇ ਨਾਥ, ਮੈਂ ਤੇਰਾ ਹੋ ਗਿਆ, ਤੇ ਤੋਂ ਬਿਨਾਂ ਮੈਂ ਨਹੀਂ ਹੁਣ ਕਿਸੇ ਨੂੰ ਕੁਛ ਵੀ ਸਮਝਦਾ ਹੈ। ਕਿਉਂਕਿ ਬਹੁਤ ਕਲੀਅਰ ਕੱਟ ਵਚਨ ਹੈ ਦਸ਼ਮੇਸ਼ ਜੀ ਦਾ। ਚੰਡੀ ਦੀ ਵਾਰ ਜਿੱਥੇ ਦੁਰਗਾ ਦੈਂਤਾਂ ਨੂੰ ਮਾਰ ਰਹੀ ਹੈ, ਰਾਖਸ਼ਾਂ ਨੂੰ, ਉੱਥੇ ਸ਼ੁਰੂਆਤ ਵਿੱਚ ਉਹਨਾਂ ਨੇ ਇਹ ਬਾਤ ਫਰਮਾਈ ਹੋਈ ਹੈ, ਖੰਡਾ ਪ੍ਰਿਥਮਾ ਸਾਜ ਕੈ ਜਿਨ ਸਭ ਸੰਸਾਰ ਉਪਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਇਹ ਦੇਵਤੇ ਔਰ ਦੈਂਤ ਆਪਸ ਵਿੱਚ ਲੜਾਉਣ ਖਾਤਰ ਇਹਨਾਂ ਦੇ ਅੰਦਰ ਬਾਦ ਵੀ ਤਾਂ ਹੀ ਪਾਇਆ ਹੋਇਆ ਹੈ ਵਾਹਿਗੁਰੂ ਜੀਓ। ਰਾਵਣ ਨੂੰ ਰੋਲ ਨੈਗੇਟਿਵ ਦੇਤਾ ਵਿਲਨ ਦਾ, ਰਾਮ ਚੰਦਰ ਜੀ ਨੂੰ ਰੋਲ ਪੋਜ਼ੀਟਿਵ ਹੀਰੋ ਵਾਲਾ ਦੇਤਾ। ਇਹ ਸਭ ਤੇਰੀ ਕਲਾ ਹੈ, ਤੇਰਾ ਹੁਕਮ ਹੈ। ਔਰ ਇਹ ਗੱਲ ਕੁਦਰਤੀ ਹੈ ਵੀ ਨੈਗੇਟਿਵ ਔਰ ਪੋਜ਼ੀਟਿਵ ਦੋ ਸ਼ਕਤੀਆਂ ਸਾਜ ਕੇ ਉਹਨਾਂ ਦੇ ਅੰਦਰ ਬਾਦ ਪਾ ਦਿੱਤਾ, ਤਾਂ ਕਿ ਇਹ ਮੇਰੀ ਜਿਹੜੀ ਪਰਮਾਤਮਾ ਇਹ ਕਹਿ ਰਿਹਾ ਵੀ ਇਹ ਮੇਰੀ ਜਿਹੜੀ ਕੁਦਰਤ ਹੈ ਇਹ ਚੱਲਦੀ ਰਹੇ। ਜੇ ਇੱਕ ਜੇ ਹੋ ਜਾਣਗੇ ਸਾਰੇ ਨੈਗੇਟਿਵ ਨੈਗੇਟਿਵ ਬਲਬ ਨਹੀਂ ਬਲ ਸਕਦਾ, ਦੋਹੇ ਜ਼ਰੂਰੀ ਹੈ। ਔਰ ਫਿਰ ਅੱਗੇ ਕਹਿ ਰਹੇ ਹੈ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਬਲ ਤੇਰਾ ਹੈ, ਸੁਪਰੀਮੇਸੀ ਤੇਰੀ ਹੈ। ਅਸੀਂ ਦੁਨੀਆਦਾਰ ਲੋਕ ਹਾਂ ਜਿਹੜੇ, ਅਸੀਂ ਤਾਂ ਸਾਰਿਆਂ ਦੀ ਉਹ ਸੁਪਰੀਮੇਸੀ ਮੰਨੀ ਜਾਂਦੇ ਹਾਂ ਕਿ ਜੀ ਸਾਰੇ ਹੀ ਠੀਕ ਹੈ। ਭਾਈ ਠੀਕ ਹੈ, ਗਲਤ ਕੌਣ ਕਹਿੰਦਾ ਉਹਨਾਂ ਨੂੰ? ਸਾਰੇ ਸਤਿਕਾਰ ਦੇ ਪਾਤਰ ਹੈ। ਪਰ ਜਿਹੜਾ ਅਸਲੀ ਥਾਟ ਹੈ ਗੁਰਮਤਿ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਦਸਮ ਗ੍ਰੰਥ ਦਾ, ਉਹ ਇਹ ਹੈ ਬਈ ਵਨਨੈਸ ਓਨਲੀ, ਕੇਵਲ ਇੱਕ ਪਰਖੰਡ ਹੈ। ਬੜੀ ਔਖੀ ਇਹ ਗੱਲ, ਕਹਿਣੀ ਸੌਖੀ ਹੈ ਪਰ ਖੜਨਾ ਬੜਾ ਔਖਾ। ਜੇ ਉਹਦੀ ਅਪਾਰ ਕਿਰਪਾ ਹੋਵੇ ਤਾਂ ਬੰਦਾ ਇੱਕ ਤੇ ਖੜਦਾ ਹੈ, ਨਹੀਂ ਤਾਂ ਜੇ ਬੱਚਾ ਵੀ ਢਿੱਲਾ ਹੋ ਗਿਆ, ਕੋਈ ਡੰਗਰ ਢਿੱਲਾ ਹੋ ਗਿਆ, ਜਦੇ ਬਿਰਮੀਆਂ 'ਚ ਦੁੱਧ ਪਾਉਣ ਨੱਠ ਲੈਂਦਾ, ਝੁੰਡਾਂ 'ਚ ਦੁੱਧ ਪਾਈ ਜਾਂਦਾ, ਜੋਤਸ਼ੀਆਂ ਕੋਲ ਨੂੰ ਜਾਂਦਾ, ਉਹਨਾਂ ਦੇ ਨਗ ਪਵਾਈ ਜਾਂਦਾ, ਹੋਰ ਸੋ ਕਾਲਡ ਬਾਬਿਆਂ ਦੇ ਕੋਲ ਚਲੇ ਜਾਂਦਾ ਜਿਹੜੇ ਪੂਰੇ ਨਹੀਂ ਹੈ। ਤੋ ਇੱਕ ਪਰ ਖੜਨਾ ਇਹ ਗੁਰਮਤਿ ਦਾ ਸਿਧਾਂਤ ਹੈ। ਬਾਂਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਧ ਸੰਗਤ ਜੀ, ਇਹ ਬਾਹੇਂ ਪੜ੍ਹਦਾ ਸਾਰਾ ਸਿੱਖ ਜਗਤ ਮੋਸਟਲੀ। ਇਹ ਜਿਹੜੀ ਸਿਹਾਰੀ ਲੱਗੀ ਹੋਈ ਹੈ, ਇਹਦਾ ਵਿਆਕਰਨਕ ਭੇਦ ਇਹ ਹੈ ਵੀ ਬਾਂਹ ਵਿੱਚ ਬਾਂਹ ਪਈ ਹੋਈ, ਇਹ ਸਿਹਾਰੀ ਇੰਨਾ ਕੰਮ ਕਰ ਰਹੀ ਹੈ ਵੀ ਮੈਂ ਤੇਰੀ ਬਾਂਹ 'ਚ ਬਾਂਹ ਪਕੜੀ ਹੋਈ ਹੈ, ਪਾਈ ਹੋਈ ਹੈ, ਉਹਦੀ ਲਾਜ ਰੱਖ ਹੁਣ ਤੂੰ, ਮੈਂ ਤੇਰਾ ਹੋ ਗਿਆ ਹੁਣ ਉਹਦੀ ਲਾਜ ਰੱਖ। ਗੋਬਿੰਦ ਤੇਰਾ ਦਾਸ ਹੈ। ਹੇ ਵਾਹਿਗੁਰੂ ਜੀਓ, ਮੈਂ ਤੇਰੀ ਸ਼ਰਨ ਲਈ ਹੋਈ ਹੈ, ਮਤਲਬ ਇਹ ਹੈ ਬਾਂਹ ਜਿਹਦੀ ਫੜਦੇ ਆਪਾਂ ਉਹਦੀ ਸ਼ਰਨ ਲਿਆ ਕਰਦੇ। ਹੁਣ ਤੇਰਾ ਫਰਜ਼ ਹੈ ਵੀ ਤੂੰ ਮੈਨੂੰ ਰੱਖ ਇਸ ਖਲ ਜਗਣ 'ਚੋਂ। ਇਹਨਾਂ ਜਿਹੜੇ ਮੇਰੇ ਆਲੇ ਦੁਆਲੇ ਇਕੱਠੇ ਹੋਏ ਮੇਰੇ ਦੁਸ਼ਮਣ ਹੈ, ਦੁਸ਼ਟ ਹੈ, ਦੋਖ ਹੈ, ਇਹਨਾਂ ਸਾਰਿਆਂ ਤੋਂ ਮੈਨੂੰ ਬਚਾ। ਔਰ ਬਚਾਇਆ ਐਡੇ ਬੜੇ ਇਕੱਠ 'ਚੋਂ, ਜਿੱਥੇ ਅਣਗਿਣਤ ਟਿੱਡੀ ਦਲ ਵਾਂਗ ਜਾਂ ਦੁਮਣੇ ਦੀਆਂ ਮੱਖੀਆਂ ਦੀ ਤਰ੍ਹਾਂ ਕਾਲੀਆਂ ਵਰਦੀਆਂ ਪਾਈਆਂ ਹੋਈਆਂ ਫੌਜੀ ਫਿਰਦੇ ਸੀਗੇ। ਸਾਰਾ ਮੁਲਖਈਆ ਇਕੱਠਾ ਹੋਇਆ ਵਾ ਸੀ, ਨਵਾਬ ਜਲੰਧਰ ਤੋਂ, ਲਾਹੌਰ ਤੋਂ, ਮੁਲਤਾਨ ਤੋਂ, ਸਰਹੰਦ ਤੋਂ, ਔਰ ਮਲੇਰਕੋਟਲੇ ਤੋਂ, ਪਹਾੜੀ ਰਾਜੇ, ਸਾਰਿਆਂ ਦੇ ਘੇਰੇ ਦੇ ਵਿੱਚੋਂ ਸਹੀ ਸਲਾਮਤ ਐਂ ਕੱਢ ਦਿੱਤੇ ਜਿਵੇਂ ਮੱਖਣ ਚੋਂ ਦੀ ਵਾਲ ਕੱਢ ਦਿੱਤਾ। ਔਰ ਉਹ ਸਿਹਰਾ ਉਸੇ ਨੂੰ ਦੇ ਰਹੇ ਵੀ ਮਹਾਰਾਜ ਤੈਂ ਮੇਰੀ ਰੱਖਿਆ ਕਰੀ, ਨਹੀਂ ਇਹੋ ਜਿਹੇ ਘੇਰੇ 'ਚੋਂ ਨਿਕਲਣਾ ਬੜਾ ਮੁਸ਼ਕਿਲ ਹੁੰਦਾ। ਔਰ ਉਹ ਵੀ ਸਾਧ ਸੰਗਤ ਜੀ, ਉਹ ਖਾਲਸੇ ਦਾ ਹੁਕਮ ਮੰਨ ਕੇ ਆਪਣੀ ਜ਼ਮੀਰ ਨੂੰ ਪਿੱਛੇ ਕਰਕੇ ਖਾਲਸੇ ਨੂੰ ਬੜਾ ਕਰਿਆ। ਉਹਨਾਂ ਦਾ ਮਨ ਬਣ ਗਿਆ ਸੀਗਾ ਵੀ ਇੱਥੇ ਸ਼ਹੀਦੀ ਪਾਉਣੀ ਹੈ। ਬਾਹਾਂ ਚੜ੍ਹਾ ਲਈਆਂ ਸੀਗੀਆਂ, ਡੌਲੇ ਫਰਕ ਪਏ ਸੀ, ਮੁੱਛਾਂ ਨੂੰ ਤਾਓ ਆ ਗਿਆ ਸੀ, ਬਾਜ ਨੇ ਫੰਗ, ਜਿਹੜੇ ਉਹਦੇ ਫੰਗ ਸੀ, ਖੰਭ ਸੀਗੇ, ਉਹ ਫੜਫੜਾਏ। ਇੱਕ ਸ਼ਾਇਰ ਨੇ ਲਿਖਿਆ ਵੀ ਤਲਵਾਰ ਗਿੱਠ ਗਿੱਠ ਜੀਭਾਂ ਕੱਢ ਰਹੀ ਸੀ ਮੈਦਾਨੇ ਜੰਗ ਵਿੱਚ ਜਾਣ ਖਾਤਰ। ਨੀਲਾ ਹਿਣਕਿਆ ਜਾਣ ਖਾਤਰ ਮੈਦਾਨੇ ਜੰਗ ਨੂੰ, ਲੇਕਿਨ ਉੱਥੇ ਇਹ ਸਾਰਾ ਕੁਝ ਤਿਆਰੀ ਹੋ ਕੇ ਫੇਰ ਵੀ ਖਾਲਸੇ ਦੇ ਹੁਕਮ ਦੇ ਅੱਗੇ ਸਿਰ ਝੁਕਾ ਦਿੱਤਾ। ਇਹ ਬਹੁਤ ਉੱਚੀ ਬਾਤ ਹੈ, ਇਹ ਛੋਟੀ ਗੱਲ ਨਹੀਂ ਹੈ। ਅਸੀਂ ਤਾਂ ਆਪਣੀ ਗੱਲ ਪਰ ਅੜ ਜਾਂਦੇ, ਚਾਹੇ ਜੇ ਉਹ ਗੱਲ ਖਾਸ ਕਰਕੇ ਠੀਕ ਹੋਵੇ ਤਾਂ ਅਸੀਂ ਤਾਂ ਫਿਰ ਦੂਜੇ ਦੀ ਗੱਲੇ ਨਹੀਂ ਸੁਣਦੇ, ਗੁਰੂ ਨੂੰ ਪਿੱਛੇ ਕਰ ਦਿੰਦੇ। ਜਦੇ ਖਾਲਸੇ ਨੇ ਤਾਂ ਹਮੇਸ਼ਾ ਗੁਰੂ ਨੂੰ ਬੜਾ ਕਰਿਆ, ਗੁਰੂ ਨੇ ਖਾਲਸੇ ਨੂੰ ਗੁਰਿਆਈ ਦੇ ਦਿੱਤੀ ਹੈ, ਗੁਰੂ ਦੇ ਰੂਪ 'ਚ ਖਾਲਸੇ ਨੂੰ ਬੜਾ ਕਰ ਦਿੱਤਾ। ਔਰ ਇਹ ਕੰਮ ਕੋਈ ਇੱਕ ਵਾਰ ਨਹੀਂ ਕਰਿਆ, ਗੁਰੂ ਸਾਹਿਬ ਨੇ 2-3 ਵਾਰ ਕਰਕੇ ਦਿਖਾਇਆ। ਹੁਣ ਵੀ ਲੋਕ ਕਈ ਖਾਲਸੇ ਨੂੰ ਗੁਰੂ ਨਹੀਂ ਮੰਨਦੇ, ਪਰ ਸਿਧਾਂਤ ਇਹੀ ਹੈ। ਜਦੋਂ ਆਪ ਗੋਡਾ ਹੇਠ ਲਾ ਕੇ ਵੀਰ ਆਸਣ ਦੇ ਵਿੱਚ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਵਾਟ ਵਾਜ਼ ਦੈਟ? ਖਾਲਸੇ ਨੂੰ ਗੁਰਿਆਈ ਦਿੱਤੀ।
ਹਾਲਾਂਕਿ ਅੰਮ੍ਰਿਤ ਤਾਂ ਉਹਨਾਂ ਨੇ ਕੱਲਿਆਂ ਨੇ ਵੀ ਪਹਿਲਾਂ ਤਿਆਰ ਕਰਕੇ ਖਾਲਸੇ ਨੂੰ ਛਕਾਇਆ। ਇੱਕ ਰੀਤ ਬਣਾ ਦਿੱਤੀ। ਚਮਕੌਰ ਸਾਹਿਬ, ਸ੍ਰੀ ਚਮਕੌਰ ਸਾਹਿਬ 'ਚੋਂ ਖਾਲਸੇ ਨੂੰ ਨਮਸਕਾਰਾਂ ਕਰਦੇ ਹੋਏ ਨਿਕਲ ਗਏ, ਉਹਨਾਂ ਦਾ ਹੁਕਮ ਮੰਨਿਆ। ਫਿਰ ਅੱਗੇ ਜਾ ਕੇ ਦਾਦੂ ਦੀ ਸਮਾਧ ਦੇ ਉੱਤੇ ਵੀ ਇਹੀ ਬਾਤ ਕਰੀ ਹੈ। ਕਿਸੇ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਵੀ ਥੇੜੀ ਪਿੰਡ ਹੈ ਮੁਕਤਸਰ ਸਾਹਿਬ ਦੇ ਕੋਲ, ਵੀ ਉੱਥੇ ਵੀ ਇੱਕ ਫਕੀਰ ਦੇ ਹੁੰਦੇ ਹੋਏ ਖਾਲਸੇ ਨੇ ਜਦੋਂ ਉਹਨੂੰ ਨਮਸਕਾਰ ਕਰੀ, ਖਾਲਸੇ ਨੇ ਉੱਥੇ ਵੀ ਟੋਕਿਆ ਗੁਰੂ ਸਾਹਿਬ ਨੂੰ। ਔਰ ਦਾਦੂ ਦੀ ਸਮਾਧ ਨੂੰ ਕਮਾਨ ਦੇ ਗੋਸ਼ੇ ਨਾਲ ਜਦੋਂ ਨਮਸਕਾਰ ਕਰੀ ਤਾਂ ਗੁਰੂ ਸਾਹਿਬ ਨੇ ਪਰਖ ਕਰੀ ਆਪਣੇ ਖਾਲਸੇ ਦੀ, ਜਿਵੇਂ ਘੁਮਿਆਰ ਘੜੇ ਨੂੰ ਠਣਕਾ ਕੇ ਦੇਖਦਾ ਨਾ ਬਣਾ ਕੇ ਬਾਅਦ ਵਿੱਚ ਵੀ ਪੱਕਾ ਵੀ ਹੈ, ਤਾਂ ਗੁਰੂ ਸਾਹਿਬ ਨੇ ਉਹ ਕਮਾਨ ਦੇ ਗੋਸ਼ੇ ਨਾਲ ਦਾਦੂ ਦੀ ਸਮਾਧ ਨੂੰ ਜਦੋਂ ਤੀਰ ਨਾਲ ਨਮਸਕਾਰ ਕਰੀ ਤਾਂ ਖਾਲਸਾ ਹੁਣ ਪੱਕ ਚੁੱਕਿਆ ਸੀਗਾ। ਭਾਈ ਦਇਆ ਸਿੰਘ ਜੀ ਉਹਨਾਂ ਨੇ ਜਦ ਹੀ ਟੋਕ ਦਿੱਤਾ ਵੀ ਗੁਰੂ ਮਹਾਰਾਜ ਇਹ ਕਿਆ ਕਰ ਰਹੇ ਤੁਸੀਂ, ਸਾਨੂੰ ਤਾਂ 25-30 ਸਾਲ ਤੋਂ ਪੜ੍ਹਾ ਰਹੇ ਵੀ ਇੱਕ ਦੇ ਨਾਲ ਜੁੜਨਾ, ਦੂਜੇ ਨੂੰ ਮੰਨਣਾ ਕਿਸੇ ਨੂੰ ਨਹੀਂ, ਔਰ ਤੁਸੀਂ ਮੰਨਦੇ ਵੀ ਨਹੀਂ ਹੈ, ਪਰ ਆਹ ਕਿਉਂ? ਕਹਿੰਦੇ ਭਾਈ ਗਲਤੀ ਹੈ, ਸਜ਼ਾ ਲਾਓ। ਕਹਿੰਦੇ ਨਹੀਂ, ਤੁਸੀਂ ਗੁਰੂ ਹੈ, ਤੁਹਾਡੀ ਕੋਈ ਲੀਲਾ ਹੈ, ਖੇਡ ਹੈ, ਤੁਸੀਂ ਸਾਨੂੰ ਸਮਝਾਓ, ਸਾਨੂੰ ਸਮਝ ਨਹੀਂ ਆ ਰਹੀ ਵੀ ਬਾਤ ਕਿਆ ਹੈ। ਨਹੀਂ ਭਾਈ, ਕਹਿੰਦੇ ਗਲਤ ਤਾਂ ਗਲਤ ਹੀ ਹੁੰਦਾ, ਸਜ਼ਾ ਲਾਓ ਫਿਰ ਬਾਤ ਕਰਾਂਗੇ। ਤਾਂ ਉੱਥੇ ਫਿਰ ਇਤਿਹਾਸ 'ਚ ਜ਼ਿਕਰ ਆਉਂਦਾ, ਸਾਧ ਸੰਗਤ ਜੀਓ ਬੈਠ ਕੇ ਖਾਲਸੇ ਨੇ ਗੁਰਮਤਾ ਕਰਿਆ। ਇੱਕ ਨੇ ਕਿਹਾ ਵੀ 500 ਡੰਨ ਲਾਓ ਇਹਨਾਂ ਨੂੰ, ਇੱਕ ਨੇ ਕਿਹਾ 5000 ਲਾਓ, ਇਹ ਤਾਂ ਗੁਰੂ ਹੈ, ਇਹਨਾਂ ਨੇ ਕਿਉਂ ਕਰਿਆ ਇਹ ਕੰਮ? ਅਸੀਂ ਤਾਂ ਚਲੋ ਸਿੱਖ ਹਾਂ, ਅਸੀਂ ਤਾਂ ਕਰ ਸਕਦੇ ਹਾਂ, ਗਲਤੀ ਹਮੇਸ਼ਾ ਪੁਤਲੇ, ਇਹਨਾਂ ਨੇ ਕਿਉਂ ਕਰਿਆ? ਤੋ ਚਲੋ ਇੱਕ ਨੇ ਕਿਹਾ ਵੀ ਨਹੀਂ, 125 ਰੁਪਇਆ ਬਹੁਤ ਹੈ, ਇਹਨਾਂ ਨੂੰ ਪੁੱਛੋ ਵੀ ਬਾਤ ਕਿਆ ਹੈ, ਆਪਾਂ ਨੂੰ ਸਮਝ ਨਹੀਂ ਇਸ ਗੱਲ ਦੀ ਵੀ ਇਹਨਾਂ ਨੇ ਕਾਹਤੇ ਇਹ ਕੰਮ ਕਰਿਆ। ਜਦੋਂ ਸਜ਼ਾ ਲਵਾ ਲਈ, ਉਹਦੀ ਚਾਨਣੀ ਲਿਆ ਦਿੱਤੀ ਲੰਗਰ ਖਾਤਰ। ਫਿਰ ਖਾਲਸੇ ਨੇ ਫਿਰ ਪੁੱਛਿਆ ਵੀ ਗੁਰੂ ਮਹਾਰਾਜ ਜੀ ਉਹ ਹੁਣ ਦੱਸ ਤਾਂ ਦਿਓ ਵੀ ਬਾਤ ਕਿਆ ਸੀਗੀ, ਤੁਸੀਂ ਤਾਂ ਬਹੁਤ ਪਰਪੱਕ ਹੈ ਇਸ ਗੱਲ 'ਚ, ਵੀ ਕਰਿਆ ਕਿਉਂ? ਕਹਿੰਦੇ ਭਾਈ ਘੁਮਿਆਰ ਪੱਕਾ ਕੱਚਾ ਦੇਖਦਾ ਹੁੰਦਾ ਠਣਕਾ ਕੇ, ਮੈਂ ਤੁਹਾਨੂੰ ਇੰਨੇ ਚਿਰ ਤੋਂ ਸਿੱਖਿਆ ਦਿੰਦੀ ਆਉਣਾ, ਜੇ ਮੈਂ ਤੁਸੀਂ ਮੇਰੇ ਨਾਲ ਨਮਸਕਾਰ ਉੱਕਣੇ ਕਰ ਦਿੰਦੇ ਸਮਾਧ ਨੂੰ ਤਾਂ ਮੈਂ ਸਮਝਣਾ ਸੀ ਇਹ ਖਾਲਸਾ ਮੇਰਾ ਕੱਚਾ ਹੈ। ਹੁਣ ਮੈਨੂੰ ਬੜੀ ਖੁਸ਼ੀ ਹੈ ਵੀ ਖਾਲਸਾ ਪੱਕ ਚੁੱਕਿਆ ਹੈ। ਤੁਸੀਂ ਨਹੀਂ ਨਮਸਕਾਰ ਕਰੀ, ਮੈਨੂੰ ਟੋਕਿਆ, ਤੁਹਾਡਾ ਹੁਕਮ ਸਿਰ ਮੱਥੇ ਹੈ। ਬੇਸ਼ੱਕ ਮੇਰਾ ਗਲਤ ਕੰਮ ਸੀਗਾ, ਉਹ ਭਾਵੇਂ ਮੈਂ ਪਰਖਣ ਖਾਤਰ ਕਰਿਆ, ਪਰ ਮੈਨੂੰ ਸਜ਼ਾ ਲਾਓ। ਤੁਸੀਂ ਸਜ਼ਾ ਲਵਾ ਕੇ ਫਿਰ ਇਹ ਵਚਨ ਦੱਸਿਆ ਵੀ ਮੈਂ ਸਿਰਫ ਪਰਖ ਕਰੀ ਹੈ ਤੁਹਾਡੀ। ਇਹ ਹੈ ਸਿੱਖੀ ਸਿਧਾਂਤ। ਅਸੀਂ ਤਾਂ ਕੱਚੀਆਂ ਪਿੱਲੀਆਂ ਜਿਹੀਆਂ ਗੱਲਾਂ ਕਰਦੇ ਹੁੰਦੇ ਐਵੇਂ ਹੀ। ਇਹਨਾਂ ਹੀ ਸਿਧਾਂਤਾਂ ਦੇ ਤਹਿਤ ਖਾਲਸਾ ਕਦੇ ਨਹੀਂ ਹਾਰਦਾ। ਲੜਾਈ ਭਾਵੇਂ ਕਿੰਨੀ ਲੰਬੀ ਚੱਲ ਜੇ, ਸਦੀਆਂ ਤੱਕ ਵੀ ਚੱਲ ਜੇ। 18ਵੀਂ ਸਦੀ 'ਚ ਉਹ ਕੰਮ ਹੋਇਆ, ਉਹ ਯੁੱਧ ਹੋਏ ਹੈ, ਜਿਹਨੇ ਉਹ ਹਿਸਟਰੀ ਪੜ੍ਹੀ ਹੈ। ਕਦੇ ਖਾਲਸੇ ਦਾ ਦੌਰ ਚੱਲ ਗਿਆ, ਕਦੇ ਮੁਗਲਾਂ ਦਾ ਚੱਲ ਗਿਆ, ਕਦੇ ਪਠਾਣਾਂ ਦਾ ਚੱਲ ਗਿਆ। ਲੜਾਈਆਂ ਝਗੜਿਆਂ ਦੇ ਵਿੱਚ ਉਹ ਜਿਹੜਾ 70-80 ਸਾਲ ਹੈ ਉਹ ਲੰਘ ਗਏ ਇਸ ਤਰ੍ਹਾਂ। ਪਰ ਖਾਲਸਾ ਪਿੱਛੇ ਨਹੀਂ ਹਟਿਆ ਕਦੇ ਵੀ। ਸੱਚ ਦੇ ਉੱਤੇ ਜੂਝਣ ਜਾਣਦਾ ਖਾਲਸਾ। ਫਿਰ ਅੰਗਰੇਜ਼ਾਂ ਦੇ ਟਾਈਮ ਫਿਰ ਉਹੀ ਖਾਲਸਾ ਉਸੇ ਰਵਾਇਤ ਨਾਲ ਲੜਿਆ। ਸਾਰਾਗੜ੍ਹੀ ਦੀ ਲੜਾਈ ਦੇ ਵਿੱਚ ਥੋੜ੍ਹੇ ਜਿਹੇ ਸਿੰਘਾਂ ਨੇ 10,000 ਪਠਾਣਾਂ ਦਾ ਮੁਕਾਬਲਾ ਕਰਿਆ, ਸ਼ਹੀਦੀਆਂ ਪਾ ਗਏ, ਬੇਸ਼ੱਕ ਪਾ ਗਏ। ਔਰ ਉਸ ਘਟਨਾ ਨੂੰ ਫਰਾਂਸ ਦੇਸ਼ ਦੀ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਉਹ ਸਾਰਾਗੜ੍ਹੀ ਦੀ ਲੜਾਈ ਸਿੱਖਾਂ ਦੀ ਬਹਾਦਰੀ ਪੜ੍ਹਾਈ ਜਾਂਦੀ ਹੈ। ਇੱਕ ਯੂਰੋਪੀਅਨ ਹੋਵੇ ਦੇਸ਼ ਫਰੈਂਚ, ਸਿੱਖਾਂ ਨਾਲ ਕੋਈ ਲਾਗਾ ਦਾਗਾ ਵੀ ਲੇਗਾ ਵੀ ਨਾ ਹੋਵੇ ਉਹਨਾਂ ਦਾ, ਫਿਰ ਵੀ ਇਹ ਗਾਥਾ ਨੂੰ ਉਹਨਾਂ ਦੇ ਸਕੂਲਾਂ 'ਚ ਲਾਉਣਾ ਕਿੱਡੀ ਮਹਾਨਤਾ ਵਾਲੀ ਗੱਲ ਹੈ। ਹਾਲਾਂਕਿ ਸਾਨੂੰ ਸਿੱਖਾਂ ਨੂੰ ਪਤਾ ਵੀ ਨਹੀਂ ਵੀ ਸਾਰਾਗੜ੍ਹੀ ਕਿਆ ਹੈ। ਸ਼ਾਇਦ ਸਾਨੂੰ ਇਤਿਹਾਸ ਤੋਂ ਵਾਂਝੇ ਰੱਖਿਆ ਜਾ ਰਿਹਾ। ਇਹ ਹੁਣ ਇਹ ਜਿਹੜਾ ਸਾਡੀ ਇਸ ਟਾਈਮ ਹਕੂਮਤ ਹੈ ਦਿੱਲੀ ਦੀ, ਬਦਲ ਕੇ ਭਾਵੇਂ ਆਉਂਦੀ ਹੈ, ਪਰ ਸੋਚ ਤਾਂ ਸਭ ਦੀ ਇੱਕ ਜੀ ਹੈ ਉਹਨਾਂ ਦੀ। ਉਹ ਕਦੇ ਨਹੀਂ ਬਰਦਾਸ਼ਤ ਕਰਦੇ ਵੀ ਕੋਈ ਇੰਡੀਪੈਂਡੈਂਟਲੀ ਸੋਚੇ, ਜਦ ਕਿ ਖਾਲਸਾ ਸਿੰਘ ਹੈ। ਸਿੰਘ ਹਮੇਸ਼ਾ ਹੀ ਆਜ਼ਾਦ ਰਹਿੰਦਾ ਹੈ। ਇੱਕ ਸ਼ੇਰ, ਇੱਕ ਬਾਜ, ਇੱਕ ਕਰੋਕੋਡਾਈਲ, ਮਗਰਮੱਛ, ਇਹ ਤਿੰਨੇ ਕਦੇ ਵੀ ਪਿੰਜਰੇ 'ਚ ਨਹੀਂ ਰਹਿੰਦੇ। ਜਾਂ ਪਿੰਜਰਾ ਤੋੜ ਦੇਣਗੇ ਜਾਂ ਆਪਣੇ ਆਪ ਨੂੰ ਲਹੂ ਲੁਹਾਨ ਕਰ ਲੈਣਗੇ। ਤੋ ਸਿੰਘ ਹੈ ਜਿਹੜਾ ਖਾਲਸਾ, ਉਹਨੇ ਤਾਂ ਆਜ਼ਾਦ ਰਹਿਣਾ ਹੀ ਰਹਿਣਾ। ਉਹਦੀ ਸੋਚ ਆਜ਼ਾਦ ਬਣਾਈ ਹੈ ਗੁਰੂ ਸਾਹਿਬ ਨੇ। ਕੌਣ ਰੋਕ ਡੱਕ ਲੂਗਾ ਇਹਨਾਂ ਨੂੰ? ਲੜਾਈ ਝਗੜਾ ਭਾਵੇਂ ਕਿੰਨੇ ਚਿਰ ਚੱਲਦਾ ਰਹੇ। ਆ ਪਿੱਛੇ ਜੇ ਸਾਧ ਸੰਗਤ ਜੀ, ਉਹ ਇੱਕ ਗਵਰਨਰ ਹੈ ਉੱਧਰ ਸ਼ਾਇਦ ਈਸਟਰਨ ਕਿਸੇ ਸਟੇਟ ਦਾ ਹੈ, ਯੂਪੀ ਤੋਂ, ਬਹੁਤ ਨੇਕ ਬੰਦਾ ਹੈ। ਉਹਨੇ ਸਾਡੇ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਪੈਸ਼ਲੀ ਕਹਿ ਦਿੱਤਾ ਸੀ ਬਈ ਇੱਕ ਇਹ ਕੌਮ, ਇੱਕ ਜਾਟ, ਇਹ ਮਰ ਮਿਟਦੇ ਆ ਆਪਣੀ ਗੱਲ ਪਰ, ਇਹਨਾਂ ਦੇ ਨਾਲ ਪੰਗਾ ਨਾ ਕਰੀ, ਕਿਤੇ ਗੋਲੀ ਨਾ ਚਲਾ ਦੀ ਇਹਨਾਂ ਦੇ ਉੱਪਰ, ਦੇਖੀ। ਔਰ ਮੋਦੀ ਸਾਹਿਬ ਨੇ ਵੀ ਇਹ ਗੱਲ ਫਿਰ ਮੰਨੀ। ਉਹਨਾਂ ਨੇ ਕੋਈ ਹਿੰਸਾ ਨਹੀਂ ਮੂਹਰੇ ਤੋਂ ਕਰੀ ਹੈ।
ਇਹ ਉਹਨਾਂ ਦੀ ਚਲੋ ਵਡਿਆਈ ਹੋ ਜਾਂਦੀ ਹੈ। ਜੇ ਕੋਈ ਹੋਰ ਕਿਸੇ ਹੁੰਦੀ, ਜਿਵੇਂ ਪਹਿਲਾਂ ਕਾਂਗਰਸ ਹਕੂਮਤ 'ਚ ਹੁੰਦਾ ਰਿਹਾ ਹੈ, ਸਿੱਧੀਆਂ ਗੋਲੀਆਂ ਚਲਾ ਦਿੰਦੇ ਸੀ ਉਹ। ਪਰ ਮੋਦੀ ਸਾਹਿਬ ਦੀ ਚਲੋ ਇਸ ਗੱਲ 'ਚ ਕੁਛ ਵਡਿਆਈ ਉਹ ਹੈ, ਭਾਵੇਂ ਹਾਲਾਂਕਿ ਐਕਸ਼ਨ ਤਾਂ ਮੋਦੀ ਦਾ ਬਹੁਤ ਗਲਤ ਸੀਗਾ, ਬਾਅਦ ਵਿੱਚ ਸਮਝ ਆ ਗਈ ਸਾਲ ਬਾਅਦ, ਇਹ ਵੀ ਮਹਾਰਾਜ ਦੀ ਮਿਹਰ ਹੈ। ਪਰ ਉਹ ਹੋਇਆ ਸਭ ਕੁਝ ਤਾਂ ਹੀ ਹੈ ਜੇ ਖਾਲਸਾ ਡਟਿਆ। ਪੰਜਾਬੀਅਤ ਕੋਈ ਚੀਜ਼ ਹੈ ਸਦੀਆਂ ਤੋਂ ਲੈ ਕੇ। ਤੋ ਸਾਧ ਸੰਗਤ ਜੀ ਚਲੋ ਵਿਚਾਰ ਤਾਂ ਹੋਰ ਅੱਗੇ ਅੱਗੇ ਵਧੀ ਜਾਂਦੀ ਹੈ। ਫਿਰ ਖਾਲਸਾ ਕਦੇ ਵੀ ਪਿੰਜਰੇ 'ਚ ਨਹੀਂ ਰਹਿ ਸਕਦਾ, ਇਹਨੂੰ ਤਾਂ ਆਜ਼ਾਦ ਫਿਰਨ ਦੀ ਗੁਰੂ ਸਾਹਿਬ ਨੇ ਇਹਨਾਂ ਦਾ ਸੁਭਾਅ ਬਣਾਇਆ ਹੋਇਆ ਹੈ। ਅਕਾਲ ਤਖਤ ਸਾਹਿਬ ਦੀ ਸਾਜਣਾ ਹੀ ਇਸੇ ਕਰਕੇ ਹੋਈ ਹੈ। ਜਿੱਥੇ ਸ੍ਰੀ ਦਰਬਾਰ ਸਾਹਿਬ ਨਿਮਰਤਾ ਦਾ ਪਾਠ ਪੜ੍ਹਾਉਂਦਾ ਹੈ, ਔਰ ਸਾਰੀ ਮਨੁੱਖਤਾ ਨੂੰ ਸਾਂਝਾ ਕਰਕੇ ਚਾਰ ਦਰਵਾਜ਼ੇ ਰੱਖੇ ਹੋਏ ਚਾਰੇ ਦਿਸ਼ਾਵਾਂ ਦੇ ਵਿੱਚ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਨੂੰ ਪੋਲੀਟੀਕਲ ਯਾਨੀ ਰਾਜਸੀ ਸ਼ਕਤੀ ਪ੍ਰਦਾਨ ਕਰਦਾ, ਅਗਵਾਈ ਕਰਦਾ। ਉੱਥੋਂ ਲੈ ਕੇ ਬਹੁਤ ਸਾਰੇ ਖਾਲਸੇ ਨੇ ਜੰਗਾਂ ਲੜੀਆਂ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ। ਸੋ ਸਿੱਖਾਂ ਦੀ ਤਾਂ ਸੋਚ ਹੀ ਐਸੀ ਹੈ, ਇਸੇ ਸੋਚ ਚੋਂ ਨਿਕਲੀ ਆ ਦੇਖੋ ਜਿਹੜੀ ਉੱਪਰ ਦਸ਼ਮੇਸ਼ ਜੀ ਫਰਮਾ ਰਹੇ ਹੈ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਰਾਮ ਰਹੀਮ ਫੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਰਫ ਔਰ ਸਿਰਫ ਪਰਮਾਤਮਾ ਦੀ ਪ੍ਰਭੂ ਸੱਤਾ, ਇੱਕ ਵਾਹਿਗੁਰੂ ਦੀ, ਇੱਕ ਰਾਮ ਦੀ ਪ੍ਰਭੂ ਸੱਤਾ, ਨਾ ਕਿ ਕਿਸੇ ਹੋਰ ਦੀ। ਇਹ ਥਾਟ ਹੈ ਸਿੱਖੀ ਦਾ। ਜੇ ਸਮਝ ਆ ਜਾਏ ਵਨਨੈਸ ਇਹਨੂੰ ਕਹਿੰਦੇ ਆ। ਅਸੀਂ ਤਾਂ ਅੱਜ ਕੱਲ੍ਹ ਹੋਰ ਤਰ੍ਹਾਂ ਦੀਆਂ ਸੋਚਾਂ ਅਡਾਪਟ ਕਰੀ ਜਾਂਦੇ ਹਾਂ। ਸਾਡਾ ਜਿਹੜਾ ਅਸਲੀ ਸਾਡੀ ਪਾਰਟੀ ਹੈ ਸਿੱਖਾਂ ਦੀ, ਅਕਾਲੀ ਪਾਰਟੀ, ਉਹ ਤਾਂ ਬਿਲਕੁਲ ਕਰਾਹੇ ਪੈ ਚੁੱਕੀ ਹੈ ਇਸ ਗੱਲ ਤੋਂ। ਉਹਨਾਂ ਤਾਂ ਛੱਡੇ ਦਿੱਤੀਆਂ ਇਹ ਗੱਲਾਂ ਸਾਰੀਆਂ। 1920 ਤੱਕ ਤਾਂ ਬਹੁਤ ਵਧੀਆ ਸੀਗੇ ਅਕਾਲੀ ਦਲ, ਕੁਰਬਾਨੀਆਂ ਵਾਲੇ ਸੀ, ਸ਼ਹੀਦੀਆਂ ਵੀ ਦਿੱਤੀਆਂ ਉਹਨਾਂ ਨੇ। ਗੁਰਦੁਆਰੇ ਸਾਹਿਬਾਨਾਂ ਦੇ ਵਿੱਚੋਂ ਮਹੰਤਾਂ ਨੂੰ ਬਾਹਰ ਕੱਢਿਆ, ਕੁਕਰਮੀਆਂ ਨੂੰ। ਹੁਣ ਕਿਆ ਹੋ ਰਿਹਾ, ਹੁਣ ਸ਼ਾਖਾਵਾਂ ਲੱਗ ਰਹੀਆਂ ਗੁਰਦੁਆਰਿਆਂ 'ਚ। ਇਹ ਸਾਡੀ ਸੋਚ ਦਾ ਨਿਘਾਰ ਹੈ। ਗੁਰੂ ਸਾਹਿਬ ਨੇ ਤਾਂ ਸਾਨੂੰ ਨਿਆਰਾ ਬਣਾਇਆ ਬਿਲਕੁਲ। ਬਾਜ ਦਾ ਰੱਖਣਾ ਕਿਆ ਸੰਕੇਤ ਕਰਦਾ ਹੈ? ਬਾਜ ਉਹ ਪੰਛੀ ਹੈ ਜਿਹੜਾ ਆਪ ਮਾਰ ਕੇ ਆਪਣਾ ਸ਼ਿਕਾਰ ਕਰਦਾ ਹੈ, ਕਦੇ ਪਿੰਜਰੇ 'ਚ ਨਹੀਂ ਰਹਿ ਸਕਦਾ। ਇਹ ਵੀ ਕੋਈ ਸੰਕੇਤ ਹੈ। ਔਰ ਸਾਧ ਸੰਗਤ ਜੀਓ, ਜਦੋਂ ਲਾਹੌਰ ਦੇ ਨਵਾਬ ਦਾ ਬਾਜ ਛੇਵੇਂ ਪਾਤਸ਼ਾਹ ਦੇ ਸਿੰਘਾਂ ਦੇ ਬਾਜ ਨੇ ਢਾਹ ਲਿਆ, ਹੇਠਾਂ ਗੇਰ ਲਿਆ, ਕੁਛ ਢਿੱਲੜ ਜੇ ਸਿੱਖ ਸੋਚ ਵਾਲੇ ਗੁਰੂ ਸਾਹਿਬ ਨੂੰ ਕਹਿੰਦੇ, ਮਹਾਰਾਜ ਉਹਦਾ ਬਾਜ ਆਪਾਂ ਨੂੰ ਦੇ ਦੇਣਾ ਚਾਹੀਦਾ, ਬਾਇਜ਼ਤ, ਬਈ ਉਹ ਫਿਰ ਫੌਜ ਚੜ੍ਹਾ ਕੇ ਲਿਆਊਗਾ ਆਪਣੇ ਉੱਪਰ। ਗੁਰੂ ਸਾਹਿਬ ਦਾ ਜਵਾਬ ਪਤਾ ਕਿਆ ਇਤਿਹਾਸ 'ਚ? ਬਾਜ ਨਹੀਂ ਅਬ ਇਨਤੇ ਦੇਣਾ, ਤਾਜ ਬਾਜ ਇਨਤੇ ਸਭ ਲੈਣਾ। ਅਸੀਂ ਤਾਂ ਇਹਨਾਂ ਦਾ ਤਾਜ ਬਾਜ ਸਾਰਾ ਕੁਝ ਖੋਹਣਾ ਹੈ, ਤੁਸੀਂ ਕਹਿੰਦੇ ਬਾਜ ਦੇ ਦਿਓ। ਇਹ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦਾ ਜਿਹੜਾ ਪ੍ਰਯੋਜਨ ਸੀਗਾ। ਤੋ ਚਲੋ ਸਮੇਂ ਨੇ ਆ ਜਾਣਾ, ਕਦੇ ਨਾ ਕਦੇ ਆਉਂਦਾ ਰਹਿੰਦਾ। ਇਹ ਤਾਂ ਇਤਿਹਾਸ ਹੈ। ਹਿੰਦੁਸਤਾਨ ਕਦੇ ਅਫਗਾਨਿਸਤਾਨ ਤੋਂ ਲੈ ਕੇ ਕੰਨਿਆ ਕੁਮਾਰੀ ਤਾਈਂ ਇੱਕ ਹੁੰਦਾ ਸੀ, ਬਰਮਾ ਵੀ ਵਿੱਚ ਹੁੰਦੀ ਸੀ, ਫਿਰ ਟੁੱਟ ਗਿਆ, ਟੁਕੜੇ ਹੋ ਗਏ, ਫਿਰ ਇਕੱਠਾ ਹੋ ਜਾਂਦਾ, ਫਿਰ ਟੁਕੜੇ ਹੁੰਦੇ। ਇਹ ਤਾਂ ਜਿਓਲੋਜੀ ਹੈ, ਬਣਦੀ ਰਹਿੰਦੀ ਹੈ, ਵਿਗੜਦੀ ਰਹਿੰਦੀ ਹੈ। ਆਪਾਂ ਇਜਾਜ਼ਤ ਲਈਏ ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਮਿਹਰ ਕਰੇ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।